ब्रेक तो बाद एक बार फिर तो स्वागत है। गलबात करांगे डिबेट नंबर 2 ਚ ਇੰਡੀਆ ਤੋਂ ਭਾਰਤ ਦੇ ਪੱਖ ਦੇ ਹੋਏ ਮੁੱਦੇ ਦੀ, ਜੋ ਕਿ ਦਿੱਲੀ ਵਿੱਚ ਵਾਪਰਿਆ ਵਾ। ਸ਼ਿਵ ਸੈਨਾ ਦੇ ਐਮਪੀ ਰਵਿੰਦਰ ਗਾਇਕਵਾੜ ਸਫ਼ਰ ਕਰ ਰਹੇ ਸੀ ਮਹਾਰਾਸ਼ਟਰ ਤੋਂ ਦਿੱਲੀ ਨੂੰ। ਉਹਨਾਂ ਨੂੰ ਰਿਜ਼ਰਵੇਸ਼ਨ ਸੀ ਉਹਨਾਂ ਦੀ ਬਿਜ਼ਨਸ ਕਲਾਸ ਦੇ ਵਿੱਚ, ਪਰ ਕੁਝ ਕਾਰਨਾਂ ਦੇ ਕਾਰਨ 에ਅਰ ਇੰਡੀਆ ਦੀ ਇਸ ਫਲਾਈਟ ਉਹਨਾਂ ਨੂੰ ਬਿਜ਼ਨਸ ਕਲਾਸ ਸਿਟਿੰਗ ਨਹੀਂ ਦੇ ਪਾਈ ਤੇ ਉਹਨਾਂ ਨੂੰ ਰੈਗੂਲਰ ਸਿਟਿੰਗ ਜਾਂ ਤੁਸੀਂ ਕਹਿੰਦੇ ਇਕਨੋਮੀ ਕਲਾਸ ਵਿੱਚ ਹੀ ਟਰੈਵਲ ਕਰਨਾ ਪਿਆ। ਨੇਤਾ ਜੀ ਜਦੋਂ ਦਿੱਲੀ ਪਹੁੰਚੇ ਤੇ ਨੇਤਾ ਜੀ ਨੇ ਗੁੱਸੇ ਵਿੱਚ ਫਲਾਈਟ ਤੋਂ ਉਤਰਨ ਤੋਂ ਮਨਾ ਕਰਤਾ। ਫਲਾਈਟ ਅਟੈਂਡੈਂਟ ਜਾਂ ਦੂਜੇ ਮੌਜੂਦ ਜੋ ਉੱਥੇ 에ਅਰ ਇੰਡੀਆ ਦੇ ਕਰਮਚਾਰੀ ਸੀ, ਉਹਨਾਂ ਨੇ ਨੇਤਾ ਜੀ ਨਾਲ ਗੱਲ ਕਰਕੇ ਥੱਲੇ ਉੱਤਰ ਮਾਰੇ, ਜਦੋਂ ਗੁਜ਼ਾਰਿਸ਼ ਕੀਤੀ ਤੇ ਕਿਤੇ ਨਾ ਕਿਤੇ ਗੱਲਾਂ ਬਾਤਾਂ ਵਿੱਚ ਨੇਤਾ ਜੀ ਨੂੰ ਗੁੱਸਾ ਆ ਗਿਆ ਤੇ 60 ਸਾਲ ਦੇ ਡਿਊਟੀ ਮੈਨੇਜਰ ਸੁਖ ਕੁਮਾਰ ਜੀ ਨੂੰ ਆਪਣੇ ਸੈਂਡਲ ਲਾ ਕੇ ਸੈਂਡਲ ਨਾਲ ਕੁੱਟਿਆ। ਜੋ ਇਨਫੋਰਮੇਸ਼ਨ ਆ ਰਹੀ ਹੈ, ਉਹ ਵੀ ਆ ਰਹੀ ਹੈ ਕਿ ਸੁਖ ਕੁਮਾਰ ਜੀ ਦੀਆਂ ਸ਼ਰਟ ਵਗੈਰਾ ਵੀ ਪਾੜਤੀ ਨੇਤਾ ਜੀ ਨੇ ਤੇ ਐਨਕ ਵੀ ਤੋੜਤੀ। ਤਾਂ ਫਿਰ ਤੋਂ ਦੱਸਦਾ, ਸੱਠ ਕੁਮਾਰ ਦੇ ਇਹ ਜੈਂਟਲਮੈਨ ਸੀ ਜੋ ਡਿਊਟੀ ਮੈਨੇਜਰ ਸੀ ਉਸ ਟਾਈਮ 에ਅਰ ਇੰਡੀਆ ਦੇ, ਉਹਨਾਂ ਨੂੰ ਆਪਣੇ ਸੈਂਡਲ ਨਾਲ ਜਾਂ ਆਪਾਂ ਕਹਿੰਦੇ ਜੁੱਤੀ ਨਾਲ ਕੁੱਟਿਆ। ਇਹ ਨੇਤਾ ਜੀ ਆਪ ਵੀ ਦੱਸਦੇ ਨੇ ਤੇ 에ਅਰ ਇੰਡੀਆ ਦੇ ਜੋ ਉਸ ਟਾਈਮ ਅੰਦਰ ਕੁਝ ਇੰਪਲੋਈ ਜਾਂ 에ਅਰ ਇੰਡੀਆ ਦੇ ਅੰਦਰ ਕਰਮਚਾਰੀ ਮੌਜੂਦ ਸੀ, ਉਹਨਾਂ ਨੇ ਵੀ ਇਨਫੋਰਮੇਸ਼ਨ ਸਾਂਝੀ ਕੀਤੀ ਆ। ਉਸ ਤੋਂ ਬਾਅਦ ਨੇਤਾ ਜੀ ਨੇ ਉਹਨਾਂ ਨੂੰ ਪਲੇਨ ਤੋਂ ਉੱਤੋਂ ਸੁੱਟਣ ਦੀ ਕੋਸ਼ਿਸ਼ ਕੀਤੀ, ਜੋ ਕਿ 에ਅਰ ਇੰਡੀਆ ਦੇ ਸਾਰੇ ਕਰਮਚਾਰੀਆਂ ਨੇ ਮਿਲ ਕੇ ਨੇਤਾ ਜੀ ਨੂੰ ਰੋਕਿਆ। ਸ਼ਿਵ ਸੈਨਾ ਦੇ ਐਮਪੀ ਨੇ ਰਵਿੰਦਰ ਗਾਇਕਵਾੜ। ਸ਼ਿਵ ਸੈਨਾ ਤੁਸੀਂ ਸਾਰੇ ਹੀ ਜਾਣਦੇ ਜੋ ਇਸ ਪੋਲੀਟੀਕਲ ਪਾਰਟੀ ਨੂੰ ਹਮੇਸ਼ਾ ਹੀ ਕਿ ਨਾ ਕਿ ਵਿਸ਼ੇ ਚ ਰਹਿਣ ਕਾਰਨ ਇਹ ਪਾਰਟੀ ਹਮੇਸ਼ਾ ਹੀ ਚਰਚਾ ਰਹਿੰਦੇ ਆ। ਜੇ ਗਾਇਕਵਾੜ ਸਾਹਿਬ ਦੀ ਗੱਲ ਕਰੀਏ ਤੇ ਕਾਫੀ ਕੰਟਰੋਵਰਸ਼ੀਅਲ ਲੀਡਰ ਨੇ, 2 ਵਾਰ ਐਮਐਲਏ ਰਹਿ ਚੁੱਕੇ ਨੇ, 2014 ਦੇ ਵਿੱਚ ਐਮਪੀ ਬਣੇ ਨੇ। ਕੁਝ ਇਹਨਾਂ ਦੇ ਹੋਰ ਕੁਝ ਗਾਇਕਵਾੜ ਸਾਹਿਬ ਦੇ ਦੂਜੇ ਮੁੱਦਿਆਂ ਉੱਤੇ ਜ਼ਰੂਰ ਨਿਗਾਹ ਮਾਰਾਂਗੇ। ਉਸ ਤੋਂ ਪਹਿਲਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ। ਤੁਸੀਂ ਆਪ ਦੇਖ ਸਕਦੇ ਜੋ ਕਿਸ ਤਰ੍ਹਾਂ ਇਹ ਐਮਪੀ ਸਾਹਿਬ ਨੇ 에ਅਰ ਇੰਡੀਆ ਦੇ ਪਲੇਨ ਦੇ ਵਿੱਚ ਇੱਕ 60 ਸਾਲ ਦੇ ਡਿਊਟੀ ਮੈਨੇਜਰ ਨਾਲ ਬਦਸਲੂਕੀ ਕੀਤੀ। बदतमीज लोग हैं यार। अगर मिल के मारते हैं तो बैंक तो अंदर ही कौन जाके बोलेगा। बुला सर से ऐसे बुलाओ रमेश टांग के निकालो माता। You're a role model, no? हाँ कैसे कोई सोच सकते हैं? हाँ पार्लियामेंट कौन पहुंच सकते हैं सर? कोई नहीं पहुंच सकता पार्लियामेंट। और ये छोटे आदमी के बोले कि आप अपना आना क्यों अंदर? आप जेल से क्यों जाना चाहते हैं? आप टैक्स देंगे सर, मर्डर केस हो जाएगा ना सर? नहीं सर, बहुत मुश्किल से आए हैं आप इस स्टेज पे, बहुत मुश्किल से आपको ये जगह मिली है ना। यू आर अ रिप्रेजेंटेटिव, यू आर अ डेमोक्रेटिक लीडर, वी हैव इलेक्टेड you, please don't do anything silly for a stupid man। वो पागल है तो आप जैसे बात करें। वो अंदर क्यों आया? हाँ तो आप ये बोलते ना you don't have to get out। बस हाँ वो उनको नहीं आएंगे। He was not talking the proper way। ਇਹ ਉਹ ਵੀਡੀਓ ਸੀ ਜੋ 에ਅਰ ਇੰਡੀਆ ਦੇ ਇੱਕ EMPLOYE ਨੇ ਫੋਨ ਦੇ ਨਾਲ ਅੰਦਰ ਸ਼ੂਟ ਕੀਤਾ ਸੀ। ਇਨੀਸ਼ੀਅਲੀ ਇਹ ਵੀਡੀਓ ਬਾਹਰ ਰਿਲੀਜ਼ ਨਹੀਂ ਕੀਤਾ ਗਿਆ ਸੀ, ਪਰ ਫਾਈਨਲੀ ਇਹ ਵੀਡੀਓ ਉਸ EMPLOYE ਨੇ ਬਾਹਰ ਮੀਡੀਆ ਨੂੰ ਰਿਲੀਜ਼ ਕੀਤਾ ਤਾਂ ਅਸੀਂ ਇਹ ਵੀਡੀਓ ਅਸੀਂ ਸਾਰੇ ਹੀ ਦੇਖ ਸਕਦੇ ਆ ਕਿਸ ਤਰ੍ਹਾਂ ਐਮਪੀ ਸਾਹਿਬ 에ਅਰ ਇੰਡੀਆ ਦੇ 60 ਸਾਲ ਦੇ EMPLOYE ਨਾਲ ਬਦਸਲੂਕੀ ਕਰਦੇ ਨੇ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਜਦੋਂ ਮੀਡੀਆ ਨੇ ਜਾ ਕੇ ਐਮਪੀ ਸਾਹਿਬ ਨਾਲ ਗੱਲ ਕੀਤੀ ਤੇ ਐਮਪੀ ਸਾਹਿਬ ਇਸ ਗੱਲ ਨੂੰ ਬੜੇ ਹੀ ਸ਼ਾਨ ਨਾਲ ਦੱਸਦੇ ਨੇ ਕਿ ਹਾਂ ਮੈਂ ਕੁੱਟਿਆ। ਇਨੀਸ਼ੀਅਲੀ ਖਬਰਾਂ ਆ ਰਹੀਆਂ ਸੀ ਕਿ ਐਮਪੀ ਸਾਹਿਬ ਨੇ ਕੁੱਟਿਆ, ਪਰ ਐਮਪੀ ਸਾਹਿਬ ਤੇ ਉਹਦੋਂ ਹੱਦ ਕਰਤੀ ਜਦੋਂ ਐਮਪੀ ਸਾਹਿਬ ਨੇ ਕੈਮਰੇ ਸਾਹਮਣੇ ਇਹ ਕਿਹਾ ਕਿ ਮੈਂ ਕੁੱਟਿਆ ਨਹੀਂ, ਮੈਂ ਤੇ ਉਹਨੂੰ ਚੱਪਲ ਲਾ ਕੇ ਆਪਣਾ ਸੈਂਡਲ ਲਾ ਕੇ 25 ਸੈਂਡਲ ਮਾਰੇ ਨੇ। ਜਦੋਂ ਮੀਡੀਆ ਨੇ ਨੇਤਾ ਜੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਉਂ ਕੀਤਾ ਤੇ ਨੇਤਾ ਜੀ ਕੋ ਆਪਣਾ ਹੀ ਇੱਕ ਵੱਖਰੀ ਥਿਊਰੀ ਜਾਂ ਵੱਖਰਾ ਐਕਸਪਲੇਨੇਸ਼ਨ ਸੀ, ਜਿਹਨੂੰ ਸੁਣ ਕੇ ਕਿ ਸ਼ਾਇਦ ਅਸੀਂ ਜਾਂ ਤੁਸੀਂ ਸੰਤੁਸ਼ਟ ਨਾ ਹੋ ਪਾਈਏ। ਪਰ ਐਮਪੀਆਂ ਇੱਕ ਮੈਂਬਰ ਆਫ ਪਾਰਲੀਮੈਂਟ ਹੋਣ ਤੋਂ ਬਾਅਦ ਇਹ ਜੋ ਰਵੱਈਆ ਸਾਨੂੰ ਦੇਖਣ ਨੂੰ ਮਿਲਿਆ ਵਾ, ਕਿਤੇ ਨਾ ਕਿਤੇ ਇਹਦੇ ਨਾਲ ਸਵਾਲ ਜ਼ਰੂਰ ਖੜੇ ਹੋ ਜਾਂਦੇ ਆ ਕਿ ਕਾਨੂੰਨ ਬਣਾਉਣ ਵਾਲੇ ਲਾਅ ਮੇਕਰ ਜੇ ਲਾਅ ਬ੍ਰੇਕਰ ਹੋ ਜਾਣ ਤੇ ਫਿਰ ਕੀ ਅਸੀਂ ਇਹਨਾਂ ਮਿਨਿਸਟਰਸ ਤੇ ਇਹਨਾਂ ਐਮਪੀ ਤੇ ਐਮਐਲਏ ਤੇ ਟਰਸਟ ਕਰ ਪਾਵਾਂਗੇ ਜਾਂ
ਸਾਡੀ ਚੋਣ ਪ੍ਰਕਿਰਿਆ ਤੇ ਵੀ ਸਵਾਲ ਜ਼ਰੂਰ ਖੜੇ ਹੋ ਜਾਂਦੇ ਆ ਕਿ ਅਸੀਂ ਸਹੀ ਬੰਦੇ ਨੂੰ ਚੁਣ ਕੇ ਪਾਰਲੀਮੈਂਟ ਜਾਂ ਅਸੈਂਬਲੀ ਵਿੱਚ ਭੇਜਦੇ ਆ ਕਿ ਸਾਡੇ 'ਚ ਕੋਈ ਕਮੀ ਤੇ ਨਹੀਂ ਕਿ ਅਸੀਂ ਗਲਤ ਬੰਦੇ ਨੂੰ ਚੁਣ ਕੇ ਪਾਰਲੀਮੈਂਟ 'ਚ ਭੇਜਦੇ ਆ। ਪਾਰਲੀਮੈਂਟ ਜਾਂ ਅਸੈਂਬਲੀ ਵਿੱਚ ਉਹ ਬੰਦੇ ਬੈਠੇ ਹੋਏ ਨੇ ਜੋ ਸ਼ਾਇਦ ਡਿਜ਼ਰਵ ਨਹੀਂ ਕਰਦੇ। ਗੱਲਬਾਤ ਅੱਗੇ ਲਿਜਾਣ ਤੋਂ ਪਹਿਲਾਂ ਮੈਂ ਤੁਸੀਂ ਨੇਤਾ ਜੀ ਦੀ ਤੁਹਾਡੇ ਨੂੰ ਮੈਂ 2 ਮਿੰਟ ਦੀ ਬਾਈਟ ਆ ਤੁਹਾਨੂੰ ਸੁਣਾਉਣਾ ਚਾਹੂੰਗਾ। ਗੌਰ ਨਾਲ ਸੁਣਿਓ ਤੇ ਦੇਖਿਓ ਕਿ ਨੇਤਾ ਜੀ ਇੱਕ ਇੱਕ ਸ਼ਬਦ ਜੋ ਨੇਤਾ ਜੀ ਕਹਿ ਰਹੇ ਨੇ ਉਹਨਾਂ ਦੇ ਜ਼ਰੂਰ ਧਿਆਨ ਦਿਓ ਕਿ ਘਟਨਾ ਹੋਣ ਤੋਂ ਬਾਅਦ ਵੀ ਇੱਕ ਵਾਰ ਬਦਸਲੂਕੀ ਦੇ ਸ਼ਾਇਦ ਪਲੇਨ ਵਿੱਚ ਕੀਤੀ ਆ, ਦੂਜੀ ਵਾਰ ਬਦਸਲੂਕੀ ਨੇਤਾ ਜੀ ਨੇ ਹਰ ਕੈਮਰੇ ਦੇ ਸਾਹਮਣੇ ਜਾ ਕੇ ਉਸ 에ਅਰ ਇੰਡੀਆ ਦੇ EMPLOYE ਨੂੰ ਬੇਇੱਜ਼ਤ ਕਰਨ ਦੀ ਫਿਰ ਤੋਂ ਇੱਕ ਵਾਰ ਕੀਤੀ ਆ। कैसा मारा बोला उसने? उसने अपने से हाथापाई की। क्या मारा है? जी क्या बोला उसने? सैंडल से मारा है। उसने क्या बोला है अपने को? उसने कहा कि हाथ से मारा है। क्या हाथापाई किया? क्या बोला? हाथ से मारा है। मैंने सैंडल से 25 मारा है। जी मारा है ना? क्यों मारा सर? सांसद हैं आप तो। गालियाँ सुनना क्या तुम्हारा? मीडिया वाले का भी, वो एयर के कंपनी के लोगों का भी। जी चुप सुनना। मैंने उनको समझाया आप सीनियर है, ऑफिसर है, मैंने प्रॉब्लम दिया एयर होस्टेस के पास, जी वो पढ़ो जी और आपको सोल्यूशन होता है तो आप बात करो, नहीं तो जो सोल्यूशन देगा उसको बुलाओ ना। जी हर एक को 4 लोगों को मैं जवाब वही पूछ रहा है। मैं बोला कंप्लेन उधर है देखो ना। जी नहीं मैं देखता हूँ। अरे तेरे हाथ में क्या है? जी वो तो सीनियर थे बहुत, फ्रेंच कट वाले। उनको बोला साहब जी बहुत सीनियर है, बीपी मत बढ़ाइए, आप बैठिए। बैठ के बात किया, कौन MP? मोदी को बात कंप्लेन करूंगा मैं। मारा एक हाथ। लेकिन आप तो सांसद हैं सर। अरे कई का सांसद यार, गालियाँ खा दूं क्या हर एक का? मैं शिवसेना सांसद हूँ, बीजेपी का नहीं गालियाँ खाने को। और एयर इंडिया वाले के कर्मचारी को मैंने मारा है। कितने बजे? जी 1 घंटा में प्लेन से उतरा नहीं। जी कितने बजे? 9:35 को प्लेन आया। जी 10:35 तक मैं अंदर था। जी साफ भी नहीं करने दिया उसको। क्या कंप्लेन का कौन सोल्यूशन देगा? तो उन्होंने कंप्लेन किया आपके खिलाफ। अरे वो करने दो ना। आप भी कंप्लेन करेंगे? कौन? आप भी कंप्लेन करेंगे? कौन? क्या? आपके तरफ से भी कंप्लेन होगी एयर इंडिया? मैं इधर पार्लियामेंट के प्रेसिडेंट को करूंगा, जी लोकसभा सभापति को, जी और एयर मिनिस्टर को करूंगा। लेटर टाइप हो रहा है मेरा। जी और आपको जब बात किया तब भी मेरे को मालूम नहीं था। जी तुम ही बोले उधर से आया बोल के फर्स्ट टाइम। जी उसको क्या जरूरत थी एयर इंडिया को ऐसा कंप्लेन करने की, मैसेज भेजने की? जी अगर मैसेज भेजना है, इतना एयर इंडिया प्रॉम्प्ट है तो कह रहे हैं तो कि आपको मारपीट की मैंने है। मारा कितने बजे? 10 बजे। जी आप भी टाइम कितना हुआ? मैसेज कितने बजे आया? जी तो 3 बज रहे हैं। 3 बजे तक बंद करना ना एयर इंडिया। जी। कर्मचारियों ने मारा है, कर्मचारी को तो क्यों नहीं किया? जी क्यों? ये सोचो आप और देखो। उसको कंप्लेन करना है करने दो, मैं जवाब दूंगा। ਪਰ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਦੱਸਦਾ ਕਿ ਜੋ ਪਹਿਲੀ ਤੁਹਾਨੂੰ ਅਸੀਂ ਵੀਡੀਓ ਫੁਟੇਜ ਵਿਖਾਈ ਸੀ ਉਹ ਪਲੇਨ ਦੇ ਵਿੱਚ ਵੀਡੀਓ ਫੁਟੇਜ ਵਿਖਾਈ ਸੀ ਜਿੱਥੇ ਕਿ ਪਲੇਨ ਦੇ ਵਿੱਚ ਨੇਤਾ ਜੀ ਨਾਰਾਜ਼ ਹੋ ਕੇ ਬੈਠੇ ਸੀ ਤੇ ਜਦੋਂ 에ਅਰ ਇੰਡੀਆ ਦੇ ਕਰਮਚਾਰੀਆਂ ਨੇ ਨੇਤਾ ਜੀ ਨੂੰ ਪਲੇਨ ਤੋਂ ਉਤਰਨ ਨੂੰ ਕਿਹਾ 40 ਮਿੰਟ ਹੋ ਚੁੱਕੇ ਸੀ ਤੇ ਨੇਤਾ ਜੀ ਨੇ ਡਿਊਟੀ ਮੈਨੇਜਰ ਨਾਲ ਕੁੱਟਮਾਰ ਕੀਤੀ। ਪਹਿਲੀ ਵੀਡੀਓ ਜੋ ਅਸੀਂ ਤੁਹਾਨੂੰ ਵਿਖਾਈ ਸੀ ਉਹ 에ਅਰ ਇੰਡੀਆ ਦੇ ਇੱਕ EMPLOYE ਨੇ ਹੀ ਫੋਨ ਨਾਲ ਸ਼ੂਟ ਕੀਤੀ ਸੀ। ਇਨੀਸ਼ੀਅਲੀ ਇਹ ਵੀਡੀਓ ਬਾਹਰ ਨਹੀਂ ਆਈ ਸੀ ਪਰ ਬਾਅਦ ਵਿੱਚ ਇਹ ਵੀਡੀਓ ਨੂੰ ਉਸ EMPLOYE ਦੁਆਰਾ ਮੀਡੀਆ ਨੂੰ ਦਿੱਤਾ ਗਿਆ ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਨੇਤਾ ਜੀ ਨੇ ਅੰਦਰ ਇੱਕ 60 ਸਾਲ ਦੇ ਵਿਅਕਤੀ ਨਾਲ ਬਦਸਲੂਕੀ ਕੀਤੀ ਆ। ਉਸ ਤੋਂ ਬਾਅਦ ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਆ। ਗੱਲ ਤੇ ਜਦੋਂ ਨੇਤਾ ਜੀ ਨੂੰ ਮੀਡੀਆ ਨੇ ਸਵਾਲ ਪੁੱਛੇ, ਇਨੀਸ਼ੀਅਲੀ ਜੋ ਰਿਪੋਰਟਾਂ ਆਈਆਂ ਸੀ ਉਹ ਆਇਆ ਸੀ ਕਿ ਨੇਤਾ ਜੀ ਨੇ ਅੰਦਰ ਕੁੱਟਮਾਰ ਕੀਤੀ ਆ, ਪਰ ਜਦੋਂ ਮੀਡੀਆ ਨੇ ਨੇਤਾ ਜੀ ਨਾਲ ਸਵਾਲ ਪੁੱਛੇ, ਰਵਿੰਦਰ ਗਾਇਕਵਾੜ ਜੀ ਨੂੰ ਇਹ ਸਵਾਲ ਪੁੱਛਣੇ ਸ਼ੁਰੂ ਕੀਤੇ ਇਸ ਮਾਮਲੇ ਬਾਰੇ ਤੇ ਹੱਦ ਤੇ ਉਦੋਂ ਹੋ ਗਈ ਜਦੋਂ ਗਾਇਕਵਾੜ ਸਾਹਿਬ ਨੇ ਇਹ ਤਾਂ ਕਹਿਤਾ ਮੈਨੂੰ ਕੁੱਟਿਆ ਨਹੀਂ ਹੈ, ਮੈਂ ਆਪਣੇ ਸੈਂਡਲ ਲਾ ਕੇ ਉਹਨੂੰ 25 ਸੈਂਡਲ ਮਾਰੇ ਨੇ। ਜੀ ਹਾਂ, ਨੇਤਾ ਜੀ ਨੇ ਇੱਕ ਕੈਮਰੇ ਸਾਹਮਣੇ ਨਹੀਂ ਅੱਡ-ਅੱਡ ਟੀਵੀ ਚੈਨਲ ਦੇ ਕੈਮਰੇ ਸਾਹਮਣੇ ਜਾ ਕੇ ਇਸ ਗੱਲ ਨੂੰ ਸ਼ਾਨ ਨਾਲ ਦੱਸਿਆ ਵਾ, ਆਪਣੀ ਹੀ ਇੱਕ ਜਸਟੀਫਿਕੇਸ਼ਨ ਜਾਂ ਐਕਸਪਲੇਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਜੋ ਸਾਡੇ ਜਾਂ ਤੁਹਾਡੇ ਸਮਝ ਤੇ ਨਾ ਆਵੇ, ਪਰ ਨੇਤਾ ਜੀ ਵੱਲੋਂ ਜੋ ਉਹਨਾਂ ਨੇ ਕੰਮ ਕੀਤਾ ਵਾ ਉਸ EMPLOYE ਵੱਲੋਂ ਤੇ 에ਅਰ ਇੰਡੀਆ ਨੂੰ ਨੇਤਾ ਜੀ ਤੋਂ ਮਾਫੀ ਮੰਗਣ ਨੂੰ ਕਹਿ ਰਿਹਾ। ਫਿਰ ਤੋਂ ਦੱਸਦਾ, ਗਾਇਕਵਾੜ ਸਾਹਿਬ 에ਅਰ ਇੰਡੀਆ ਅਤੇ ਉਸ EMPLOYE ਨੂੰ ਉਹਨਾਂ ਤੋਂ ਮਾਫੀ ਮੰਗਣ ਨੂੰ ਕਹਿ ਰਹੇ ਆ। ਉਹਨਾਂ ਦੇ ਹਿਸਾਬ ਨਾਲ ਜੋ ਵੀ ਕੀਤਾ ਸਾਰਾ ਕਸੂਰ ਉਸ EMPLOYE ਦਾ ਜਾਂ 에ਅਰ ਇੰਡੀਆ ਦਾ ਵਾ, ਨੇਤਾ ਜੀ ਦਾ ਕੋਈ ਕਸੂਰ ਨਹੀਂ ਆ। ਸ਼ਾਇਦ ਪੂਰਾ ਇਨਸੀਡੈਂਟ ਵੇਖ ਕੇ ਜਾਂ ਉਹਨਾਂ ਦੀ ਖਾਸ ਤੌਰ ਤੇ ਟੀਵੀ ਤੇ ਇੰਟਰਵਿਊ ਦੇਖ ਕੇ ਜੋ ਅਸੀਂ ਸੈਕਿੰਡ ਬਾਈਟ ਤੁਹਾਡੇ ਸਾਹਮਣੇ ਪਲੇ ਕੀਤੀ ਸੀ, ਤੁਹਾਨੂੰ ਹੈਰਾਨੀ ਜ਼ਰੂਰ ਹੋਊਗੀ ਕਿ ਇਸ ਤਰ੍ਹਾਂ ਦੇ ਵਿਅਕਤੀ ਨੂੰ ਅਸੀਂ MP ਕਿੱਦਾਂ ਚੁਣ ਸਕਦੇ ਹਾਂ। ਪਰ ਸਵਾਲ ਸ਼ਾਇਦ ਇਹ ਸਾਨੂੰ ਆਪਣੇ ਆਪ ਤੋਂ ਹੀ ਪੁੱਛਣਾ ਚਾਹੀਦਾ ਕਿ ਇਹਨਾਂ
ਇਦਾਂ ਦੇ ਵਿਅਕਤੀ ਜਦੋਂ ਚੁਣ ਕੇ ਅਸੀਂ ਪਾਰਲੀਮੈਂਟ ਜਾਂ ਅਸੈਂਬਲੀ ਵਿੱਚ ਭੇਜਦੇ ਹਾਂ ਕਿ ਉਹਨਾਂ ਦਾ ਕਸੂਰ ਆ ਜੋ ਇਦਾਂ ਦੇ ਕਾਰਨਾਮੇ ਕਰਦੇ ਆ, ਜਾਂ ਫਿਰ ਅਸੀਂ ਸਾਡਾ ਕਸੂਰ ਆ ਜੋ ਅਸੀਂ ਇਹਨਾਂ ਨੂੰ ਚੁਣ ਕੇ ਭੇਜਦੇ ਆ? ਕਿਤੇ ਨਾ ਕਿਤੇ ਸਾਨੂੰ ਵੀ ਇਹ ਰਿਸਪੌਂਸਿਬਿਲਿਟੀ ਜਾਂ ਸਾਨੂੰ ਵੀ ਆਪਣੀ ਇਸ ਗਲਤੀ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਲੀਡਰਾਂ ਨੂੰ ਵੋਟ ਪਾ ਰਹੇ ਹਾਂ ਸ਼ਾਇਦ ਉਹ ਪਾਰਲੀਮੈਂਟ ਜਾਂ ਅਸੈਂਬਲੀ ਦੇ ਕਾਬਿਲ ਨਹੀਂ ਨੇ। ਸਿਰਫ ਕਸੂਰ ਅੱਜ ਰਵਿੰਦਰ ਗਾਇਕਵਾੜ ਨੇ ਜੇ ਇੱਕ 60 ਸਾਲ ਦੇ ਵਿਅਕਤੀ ਨਾਲ ਬਦਸਲੂਕੀ ਕੀਤੀ ਹੈ, ਸਾਨੂੰ ਜ਼ਰੂਰ ਉਹਦੀ ਨਿੰਦਾ ਕਰਨੀ ਚਾਹੀਦੀ ਆ, ਪਰ ਇਸ ਮੈਟਰ ਨੂੰ ਸਾਨੂੰ ਇੱਥੇ ਹੀ ਨਹੀਂ ਛੱਡ ਦੇਣਾ ਚਾਹੀਦਾ। ਜਦੋਂ ਵੀ ਚੋਣ ਆਵੇ, ਜਦੋਂ ਅਸੀਂ ਕਿ ਲੀਡਰ ਵਾਸਤੇ ਵੋਟਾਂ ਪਾਉਂਦੇ ਆ, ਸਾਨੂੰ ਉਹਨਾਂ ਦੀ ਬੈਕਗ੍ਰਾਉਂਡ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ। ਸ਼ੁਰੂ ਕਰਦੇ ਹਾਂ ਸਬਦੀਸ਼ ਜੀ ਤੋਂ। ਹਰਪ੍ਰੀਤ ਜੀ, ਅਸੀਂ ਹੁਣੇ ਥੋੜੀ ਦੇਰ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਸਾਦਗੀ ਤੇ ਸਾਫ਼ ਗੋਈ ਦੀ ਪ੍ਰਸ਼ੰਸਾ ਕਰ ਰਹੇ ਸਾਂ। ਜੇ ਅਸੀਂ ਗਾਇਕਵਾੜ ਸਾਹਿਬ ਨੂੰ ਵੀ ਦੇਖੀਏ, ਜਿਸ ਤਰ੍ਹਾਂ ਦੀ ਵੀਡੀਓ ਦਾਅਵੇ ਕਰਦੀ ਹੋਈ ਨਜ਼ਰ ਆਈ ਹੈ, ਤਾਂ ਤੁਹਾਨੂੰ ਨਜ਼ਰ ਆਏਗਾ ਕਿ ਗਾਇਕਵਾੜ ਵੀ ਬਿਲਕੁਲ ਸਾਦਗੀ ਤੇ ਸਾਫ਼ ਗੋਈ ਵਾਲੇ ਵਿਅਕਤੀ ਲੱਗਦੇ ਨੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਤੁਹਾਡੀ ਸਾਦਗੀ ਤੇ ਸਾਫ਼ ਗੋਈ ਤੁਹਾਡੀ ਕਿਸ ਕਿਸਮ ਦੀ ਮਨੋਦਸ਼ਾ ਨੂੰ ਜ਼ਾਹਰ ਕਰ ਰਹੀ ਹੈ। ਮਨਪ੍ਰੀਤ ਸਿੰਘ ਦੀ ਸਾਦਗੀ ਤੇ ਸਾਫ਼ ਗੋਈ ਇੱਕ ਬੌਧਿਕ ਕਿਸਮ ਦੇ ਨੇਤਾ ਨੂੰ ਸਾਡੇ ਸਾਹਮਣੇ ਲਿਆ ਰਹੀ ਸੀ। ਦੂਸਰੇ ਪਾਸੇ ਗਾਇਕਵਾੜ ਸਾਹਿਬ ਦੀ ਸਾਦਗੀ ਤੇ ਸਾਫ਼ ਗੋਈ ਤੋਂ ਇੱਕ ਐਸੇ ਨੇਤਾ ਦੀ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ ਜਿਹਦੇ ਲਈ ਅਸੀਂ ਆਮ ਤੌਰ ਤੇ ਹਿੰਦੁਸਤਾਨ ਦੇ ਵਿੱਚ ਬਾਹੂਬਲੀ ਸ਼ਬਦ ਇਸਤੇਮਾਲ ਕਰਦੇ ਹਾਂ। ਇਸ ਤੋਂ ਵੱਡੇ ਸ਼ਬਦ ਵੀ ਇਸਤੇਮਾਲ ਕੀਤੇ ਜਾ ਸਕਦੇ ਨੇ, ਗੁੰਡਾਨੁਮਾ ਸ਼ਬਦ ਵੀ ਇਸਤੇਮਾਲ ਕੀਤਾ ਜਾ ਸਕਦਾ, ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਭਾਸ਼ਾ ਦੇ ਵਿੱਚ ਉਦਾਂ ਦੇ ਸ਼ਬਦਾਂ ਤੋਂ ਵੀ ਗੁਰੇਜ਼ ਕਰੀਏ ਜਿੱਦਾਂ ਦੀ ਮਨੋਦਸ਼ਾ ਨੂੰ ਅਸੀਂ ਨਹੀਂ ਉਭਾਰਨਾ ਚਾਹੁੰਦੇ। ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਲੋਕਾਂ ਦੀ ਤੁਸੀਂ ਚਰਚਾ ਕੀਤੀ VOTING ਕਰਨ ਦੀ, ਉਹਨਾਂ ਲੋਕਾਂ ਨੂੰ ਅਸੀਂ ਇਸ ਨਜ਼ਰ ਦੇ ਨਾਲ ਜਦੋਂ ਕਸੂਰਵਾਰ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇੰਨੇ ਗਲਤ ਲੋਕਾਂ ਨੂੰ ਚੁਣਦੇ ਹੀ ਕਿਉਂ ਆ, ਤਾਂ ਅਸੀਂ ਇੱਕ ਤਰ੍ਹਾਂ ਨਾਲ ਉਸ ਮਨੋਦਸ਼ਾ ਨੂੰ ਮਿਸ ਕਰ ਰਹੇ ਹੋਵਾਂਗੇ, ਮਨਫੀ ਕਰ ਰਹੇ ਹੋਵਾਂਗੇ ਆਪਣੀ ਬਹਿਸ ਦੇ ਵਿੱਚੋਂ, ਜਿਸ ਮਨੋਦਸ਼ਾ ਨੂੰ ਭਾਰਤ ਦੇ ਸਿਆਸਤਦਾਨ ਕਿਸੇ ਨਾ ਕਿਸੇ ਤਰੀਕੇ ਨਾਲ ਇਸਤੇਮਾਲ ਕਰਨ ਦਾ ਯਤਨ ਕਰਦੇ ਨੇ। ਜਦੋਂ ਸ਼ਿਵ ਸੈਨਾ ਦਾ ਅਸੀਂ ਟੋਟਲ ਰਿਕਾਰਡ ਦੇਖਦੇ ਹਾਂ ਤਾਂ ਸ਼ਿਵ ਸੈਨਾ ਦੇ ਰਿਕਾਰਡ ਦੇ ਵਿੱਚ ਇਹ ਗੱਲ ਸ਼ਾਮਲ ਹੈ ਕਿ ਤੁਹਾਡਾ ਬਾਹੂਬਲੀ ਹੋਣਾ ਤੁਹਾਡੀ ਮਹਾਰਾਸ਼ਟਰੀ ਹੋਣ ਦੀ ਸਭ ਤੋਂ ਵੱਡੀ ਪਛਾਣ ਆ। ਤੁਹਾਡੀ ਭਾਸ਼ਾ ਤੇ ਕਲਚਰ ਦੀ ਰਾਖੀ ਕਰਨ ਦੇ ਤੁਸੀਂ ਨਾਇਕ ਤਾਂ ਬਣਦੇ ਹੋ ਜੇ ਤੁਹਾਡਾ ਜਿਹੜਾ ਸਟਾਈਲ ਹੈ ਉਹ ਬਾਹੂਬਲੀ ਰੰਗ ਦਾ ਹੋਵੇ। ਔਰ ਲੋਕਾਂ ਨੂੰ ਇਹ ਗੱਲ ਹੀ ਜਤਾ ਦਿੱਤੀ ਗਈ ਹੈਗੀ ਕਿ ਅਸੀਂ ਇਸ ਕਰਕੇ ਹੀ ਮਹਾਨ ਹੈ ਕਿਉਂਕਿ ਅਸੀਂ ਇਸ ਤਰੀਕੇ ਦੇ ਨਾਲ ਬਿਹੇਵ ਕਰਦੇ ਹਾਂ। ਔਰ ਸ਼ਿਵ ਸੈਨਾ ਨੂੰ ਹਾਲੇ ਵੀ ਇਸੇ ਨਾਂ ਦੇ ਉੱਤੇ VOTING ਹੁੰਦੀ ਹੈ। ਚੰਗੀ ਗੱਲ ਇਹ ਹੈ ਕਿ ਆਮ ਤੌਰ ਦੇ ਉੱਤੇ ਜਿਹੜੇ ਲੋਕ ਨੇ ਦੇਸ਼ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਲੋਕ ਉਹ ਇਹਨਾਂ ਚੀਜ਼ਾਂ ਨੂੰ ਵੋਟਰਾਂ ਦੀ ਪੱਧਰ ਦੇ ਉੱਤੇ ਜਾ ਕੇ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਬਾਕੀ ਥੋੜੀ ਬਹੁਤੀ ਪੋਲਿਟਿਕਸ ਹਰ ਪੱਧਰ ਤੇ ਹੋ ਸਕਦੀ ਹੈ। ਕੋਈ ਆਪਣੇ ਨੇਤਾ ਨੂੰ ਬਚਾਉਣ ਲਈ ਥੋੜਾ ਬਹੁਤਾ ਪਰਦਾਪੋਸ਼ੀ ਕਿਸਮ ਦੀ ਭਾਸ਼ਾ ਨੂੰ ਇਸਤੇਮਾਲ ਕਰ ਸਕਦਾ, ਦੂਜੇ ਖੁੱਲ ਕੇ ਇਹਦੇ ਖਿਲਾਫ ਬੋਲ ਸਕਦੇ ਨੇ। ਪਰ ਚੰਗੀ ਗੱਲ ਇਹੀ ਹੈ ਕਿ ਆਮ ਤੌਰ ਦੇ ਉੱਤੇ ਅਸੀਂ ਐਦਾਂ ਦੀਆਂ ਗੱਲਾਂ ਕਰਨ ਵਾਲੇ, ਐਦਾਂ ਦੇ ਐਕਟ ਕਰਨ ਵਾਲੇ ਲੋਕਾਂ ਦੇ ਖਿਲਾਫ ਗੱਲ ਕਰਦੇ ਹਾਂ। ਪਰ ਮੈਂ ਸਮਝਦਾ ਇਹਨੂੰ ਅਸੀਂ ਆਮ ਲੋਕਾਂ ਦੇ ਇਲਜ਼ਾਮ ਦੇ ਤੌਰ ਤੇ ਬਿਲਕੁਲ ਪੇਸ਼ ਨਾ ਕਰੀਏ। ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਕਿ ਸਾਡਾ ਸਮਾਜ ਹਾਲੇ ਵੀ ਉਸ ਕਬਾਇਲੀ ਰੰਗ ਦੇ ਕਲਚਰ ਦੇ ਵਿੱਚੋਂ ਬਾਹਰ ਕਿਉਂ ਨਹੀਂ ਆ ਰਿਹਾ, ਜਿੱਥੇ ਬਹਾਦਰੀ ਦਾ ਮਤਲਬ ਬਿਲਕੁਲ ਗੁੰਡਾਗਰਦੀ ਦੀ ਪੱਧਰ ਦੇ ਉੱਤੇ ਜਾ ਕੇ ਐਕਟ ਕਰਨਾ ਵਾ। ਪਰ ਅਸੀਂ ਗੱਲ ਸਾਰੇ ਦੇਸ਼ ਦੀ ਕਰਦੇ ਕਰਦੇ ਪੰਜਾਬ ਨੂੰ ਵੀ ਮਿਸ ਨਾ ਕਰੀਏ। ਸਾਡੇ ਤਾਂ ਗਾਣੇ ਵੀ ਉਸ ਕਬਾਇਲੀ ਕਿਸਮ ਦੇ ਕਲਚਰ ਨੂੰ ਉਭਾਰਦੇ ਨੇ। ਅਸੀਂ ਨੇਤਾਵਾਂ ਤੋਂ ਤਾਂ ਤਵੱਕੋ ਰੱਖਣੀ ਚਾਹੁੰਦੇ ਹਾਂ ਕਿ ਅਸੀਂ ਚੰਗੀ ਤਰ੍ਹਾਂ ਨਾਲ ਉਹਨਾਂ ਦਾ ਬਿਹੇਵ ਦੇਖ ਸਕੀਏ, ਪਰ ਗਾਣੇ ਅਸੀਂ ਉਹੀ ਪ੍ਰਮੋਟ ਕਰਦੇ ਹਾਂ ਜਿੱਥੇ ਕਚਹਿਰੀਆਂ 'ਚ ਮੇਲੇ ਲੱਗਦੇ ਦੇਖਦੇ ਹਾਂ, ਜਿੱਥੇ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ। ਗਾਣੇ ਦੇ ਵਿੱਚ ਹੀ ਬਠਿੰਡੇ ਵਾਲੇ ਸ਼ਬਦ ਇਸਤੇਮਾਲ ਹੈ, ਪਰ ਗੱਲ ਇਕੱਲੇ ਬਠਿੰਡੇ ਤੱਕ ਸੀਮਤ ਨਹੀਂ, ਗੱਲ ਇਕੱਲੇ ਪੰਜਾਬ ਤੱਕ ਸੀਮਤ ਨਹੀਂ, ਬਲਕਿ ਪੂਰੇ ਦੇਸ਼ ਤੱਕ ਸੀਮਤ ਆ। ਸਾਰੇ ਦੇਸ਼ ਦੇ ਵਿੱਚ ਨਜਾਇਜ਼ ਹਥਿਆਰ ਰੱਖਣੇ ਤੇ ਇਸਤੇਮਾਲ ਕਰਨੇ ਬਹੁਤ ਲੋਕੀ ਇਹਨੂੰ ਮਾਣ ਦੀ ਨਜ਼ਰ ਨਾਲ ਦੇਖਦੇ ਨੇ। ਔਰ ਇਸ ਚੀਜ਼ ਬਾਰੇ ਸਾਨੂੰ ਜ਼ਿਆਦਾ ਸੋਚਣਾ ਚਾਹੀਦਾ ਕਿ ਇਹ ਮਾਣ ਵਾਲਾ ਕਲਚਰ ਅਸੀਂ ਕਦੋਂ ਸਮਾਜ ਦੇ ਵਿੱਚੋਂ ਮਨਫੀ ਕਰ ਸਕਾਂਗੇ।
ਗਾਇਕਵਾੜ ਸਾਹਿਬ ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ 2 ਵਾਰੀ ਐਮਐਲਏ ਤੇ ਹੁਣ ਤੀਜੀ ਵਾਰੀ ਐਮਪੀ ਬਣੇ ਨੇ। ਕੰਟਰੋਵਰਸੀ ਦੇ ਵਿੱਚ ਰਹਿਣਾ ਸ਼ਾਇਦ ਗਾਇਕਵਾੜ ਸਾਹਿਬ ਦਾ ਕੰਮ ਹੀ ਆ। 2014 ਦੇ ਵਿੱਚ ਗਾਇਕਵਾੜ ਸਾਹਿਬ ਨੇ ਇੱਕ ਮੁਸਲਿਮ ਵਿਅਕਤੀ ਨੂੰ ਰਮਜ਼ਾਨ ਦੇ ਵਕਤ ਜਦੋਂ ਕਿ ਰੋਜ਼ੇ ਰੱਖਦੇ ਨੇ ਮੁਸਲਮਾਨ, ਉਹਨੂੰ ਜ਼ਬਰਦਸਤੀ ਰੋਟੀ ਖਵਾਉਣ ਦੀ ਕੋਸ਼ਿਸ਼ ਕੀਤੀ ਸੀ। ਗੋ ਹੈਡ ਜੀ ਪਲੀਜ਼। ਹਰਪ੍ਰੀਤ ਜੀ, ਗੱਲ ਜਿਸ ਤਰ੍ਹਾਂ ਪਿਛਲੇ ਐਪੀਸੋਡ ਕੀਤੀ ਸੀ ਕਿ ਇਹਨਾਂ ਲੋਕਾਂ ਦਾ ਨਿਸ਼ਾਨਾ ਕੀ ਹੈ, ਐਮਪੀ ਬਣਨਾ, ਮਿਨਿਸਟਰ ਬਣਨਾ ਜਾਂ ਐਮਐਲਏ ਬਣਨਾ। ਕਹਿਣ ਨੂੰ ਤਾਂ ਉਹੀ ਗੱਲ ਸੇਵਾ ਦੀ ਆ ਜਾਂਦੀ ਹੈ, ਪਰ ਕਿਆ ਜਿਸ ਮੁਲਕ ਦੇ ਵਿੱਚ ਤਕਰੀਬਨ ਅੱਧੀ ਆਬਾਦੀ ਹੈ ਜੇ ਪੂਰਾ ਢਿੱਡ ਭਰ ਕੇ ਰੋਟੀ ਨਹੀਂ ਖਾ ਸਕਦੀ ਹੈਗੀ, ਉਹਦੇ ਸੇਵਾਦਾਰ ਇਹੋ ਜਿਹੇ ਹੋਣੇ ਚਾਹੀਦੇ ਆ। ਟੋਟਲ ਰਾਜਨੀਤੀ ਦੀ ਚੇਂਜ ਬਾਰੇ ਜਿੱਥੇ ਹੋਰ ਗੱਲਾਂ ਹੋ ਰਹੀਆਂ ਨੇ, ਉਹ ਰਾਜਨੀਤੀ ਦਾ ਕੰਸੈਪਟ ਬਦਲਣ ਦੀ ਲੋੜ ਹੈ। ਇਹਨੂੰ ਉਹ ਗਾਣਿਆਂ ਵਾਲੀ ਗੱਲ ਦੇ ਨਾਲ ਕਰਕੇ ਇਹਨੂੰ ਲਾਈਟ ਨਹੀਂ ਕੀਤਾ ਜਾ ਸਕਦਾ ਹੈਗਾ। ਇੱਕ 60 ਸਾਲ ਦੇ ਬੰਦੇ ਦੇ ਸ਼ਰੇਆਮ ਬੇਕਸੂਰ ਬੰਦੇ ਨੂੰ ਚੱਪਲਾਂ ਨਾਲ ਕੁੱਟਿਆ ਗਿਆ ਹੋਵੇ, ਔਰ ਉਸ ਬੰਦੇ ਦੀ ਕੀ ਮਾਨਸਿਕ ਹਾਲਤ ਹੋਏਗੀ ਕਿ ਉਹਨੂੰ ਆਪਣੇ ਪਰਿਵਾਰ ਨੂੰ ਪਾਲਦੇ ਹੋਏ ਉਸ ਬੰਦੇ ਨਾਲ ਰਿਟੈਲੀਏਟ ਨਹੀਂ ਕਰ ਸਕਿਆ ਹੈਗਾ। ਇਹ ਇੱਕ ਤਰ੍ਹਾਂ ਦਾ ਮਨੁੱਖਤਾ ਦੀ ਬਹੁਤ ਵੱਡੀ ਉਹਦੇ ਉੱਤੇ ਚੋਟ ਮਾਰਨ, ਮਨੁੱਖਤਾ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੋਈ ਹੈ। ਸੋ ਇਹਦੇ ਵਿੱਚ ਮੈਂ ਤਾਂ ਕਹਾਂਗਾ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਉਹ ਮੈਂਬਰ ਪਾਰਲੀਮੈਂਟ ਨੇ ਤੇ ਬਾਕੀ ਪਾਰਲੀਮੈਂਟ ਮੈਂਬਰਾਂ ਦਾ ਉਹਦੇ ਤੇ ਕੀ ਪ੍ਰਤੀਕਿਰਿਆ ਆਉਂਦੀ ਹੈ। ਜੇ ਉਸ ਚੀਜ਼ ਦੀ ਲੇਪਾ ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਟੋਟਲ ਪਾਰਲੀਮਾਨੀ ਸਿਸਟਮ ਆ ਜਿਹੜਾ, ਉਹਦੇ ਦਾਗਦਾਰ ਹੋਣ ਦੀ ਨਿਸ਼ਾਨੀ ਹੈ। ਔਰ ਇਸ ਚੀਜ਼ ਨੂੰ ਮੇਰਾ ਖਿਆਲ ਹੈ ਜਿੰਨਾ ਕੁ ਮੀਡੀਆ 'ਚ ਉਛਾਲਿਆ ਜਾ ਸਕਦਾ ਹੋਵੇ, ਉਛਾਲਣਾ ਕੀ, ਇਹਦੀ ਪੂਰੀ ਪ੍ਰੋੜਤਾ ਕਰਕੇ ਉਸ ਕਸੂਰਵਾਰ ਬੰਦੇ ਦੇ ਕਸੂਰ ਨੂੰ ਲੋਕਾਂ ਤੱਕ ਲਿਆਉਣ ਦੀ ਗੱਲ ਹੋਣੀ ਚਾਹੀਦੀ ਹੈ। ਦੇਖੋ, ਇਹੋ ਜਿਹੀ ਰਾਜਨੀਤੀ ਦੇ ਵਿੱਚ ਕੀ ਤੁਸੀਂ ਕਿਸੇ ਚੰਗੀ ਗੱਲ ਦੇ ਪਨਪਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ ਜਿੱਥੇ ਰਾਜਨੀਤੀ ਦਾ ਮਤਲਬ ਹੀ ਧੌਂਸ ਰਹਿ ਜਾਏ। ਔਰ ਫਿਰ ਜੇ ਉਹਨਾਂ ਨੂੰ ਠੀਕ ਹੈ, ਉਹਨਾਂ ਦਾ ਜਿਹੜਾ ਨੇਤਾ ਹੈ ਠਾਕਰੇ ਸਾਹਿਬ, ਉਹਨਾਂ ਨੇ ਬੁਲਾਇਆ ਉਹਨੂੰ, ਪਰ ਬੁਲਾਉਣ ਤੋਂ ਬਾਅਦ ਕੀ ਉਹਦਾ ਅੰਜਾਮ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਜੇ ਨਹੀਂ ਹੁੰਦਾ ਤਾਂ ਜ਼ਰੂਰ ਇਸ ਚੀਜ਼ ਨੂੰ ਬੜੀ ਘਿਨਾਉਣੀ ਗੱਲ ਕਰਕੇ ਨਿੰਦਣਾ ਚਾਹੀਦਾ ਹੈ। ਔਰ ਜੇ ਪਾਰਲੀਮੈਂਟ ਦੇ ਵਿੱਚ ਇਹਦੇ ਬਾਰੇ ਕੋਈ ਐਕਸ਼ਨ ਨਹੀਂ ਹੁੰਦਾ, ਇਹਨੂੰ ਚੁੱਪਚਾਪ ਦਬਾ ਦਿੱਤਾ ਜਾਂਦਾ ਹੈ, ਤਾਂ ਇਹ ਗੱਲ ਭਾਵੇਂ ਮੈਂ ਕਿਸੇ ਪਾਰਟੀ ਦੀ ਇਕੱਲੀ ਦੀ ਗੱਲ ਨਹੀਂ ਕਰਦਾ, ਟੋਟਲ ਪਾਰਲੀਮੈਂਟ ਦੀ ਸਿਸਟਮ ਜਿਹੜਾ ਹੈਗਾ ਔਰ ਪੋਲੀਟੀਕਲ ਸਿਸਟਮ ਹੈ ਉਹਦੀ ਬਹੁਤ ਵੱਡੀ ਕਮਜ਼ੋਰੀ ਹੋਏਗੀ। ਔਰ ਇਹ ਚੀਜ਼ ਜਿਹੜੀ ਹੈਗੀ ਇੱਕ ਤਰ੍ਹਾਂ ਨਾਲ ਇਹ ਲੈਣੀ ਚਾਹੀਦੀ, ਇਸ ਤਰ੍ਹਾਂ ਸਮਝਣ ਦੀ ਲੋੜ ਹੈ ਇਸ ਚੀਜ਼ ਨੂੰ ਕਿ ਅਜੇ ਸਾਡੇ ਜਿਹੜੇ ਸਿਆਸਤਦਾਨ ਨੇ ਉਹਨਾਂ ਦਾ ਨਿਸ਼ਾਨਾ ਮੁਲਕ ਦੀ ਕੁਛ ਸਵਾਰਨਾ ਹੈ ਨਹੀਂ। ਜਾਤੀ ਆਪਣੀ ਹਉਮੈ ਨੂੰ ਜਿਹੜੀ ਹੈਗੇ ਪੱਠੇ ਪਾ ਕੇ ਹਉਮੈ ਨੂੰ ਆਪਣੀ ਨੂੰ ਸੈਟੀਸਫਾਈ ਕਰਨ ਦਾ ਉਹਨਾਂ ਦੀ ਤਵੱਕੋ ਰਾਜਨੀਤੀ ਤੋਂ ਜ਼ਿਆਦਾ ਹੈ, ਸੇਵਾ ਘੱਟ ਹੈ। ਔਰ ਇਹਦੇ ਵਿੱਚ ਇੱਕੋ ਗੱਲ ਹੈ ਕਿ ਜੇ ਕੋਈ ਉਹ ਬੰਦਾ 60 ਸਾਲਾਂ ਦਾ ਸੀ ਔਰ ਇੱਕ ਦੇਖੋ ਕਿਸ ਹੱਦ ਤੱਕ ਉਸ ਬੰਦੇ ਦੀ ਜ਼ਹਿਨੀਅਤ ਦਾ ਜਿਹੜੀ ਹੈ ਕਿ ਘਾਟ ਨਜ਼ਰ ਆਉਂਦੀ ਹੈ। ਉਹਨੇ ਕਿਹਾ ਕਿ ਮੈਂ ਜਿਹੜਾ ਹੈਗਾ ਬਿਜ਼ਨਸ ਕਲਾਸ 'ਚ ਇੰਟਾਈਟਲਡ ਸੀ। ਪਹਿਲੀ ਤਾਂ ਗੱਲ ਇਹ ਹੈ ਕਿ ਜਿੱਥੇ ਤੁਹਾਡੇ ਮੁਲਕ ਮਹਾਰਾਸ਼ਟਰ ਦੇ ਵਿੱਚ ਇੰਨੇ ਬੰਦੇ ਹਰ ਸਾਲ ਕਿਸਾਨ ਜਿਹੜੇ ਹੈਗੇ ਉਹ ਆਤਮ ਹੱਤਿਆਵਾਂ ਕਰਦੇ ਨੇ, ਉੱਥੇ ਤੁਹਾਨੂੰ ਬਿਜ਼ਨਸ ਕਲਾਸ ਦੀ ਕੀ ਜ਼ਰੂਰਤ ਪੈਗੀ। ਠੀਕ ਹੈ, ਹਵਾਈ ਜਹਾਜ਼ ਸਫ਼ਰ ਕਰਕੇ ਉਹ ਸਮੇਂ ਦਾ ਬਚਤ ਕਰਦੇ ਨੇ, ਪਰ ਜੇ ਕੋਈ ਐਮਪੀ ਬਿਜ਼ਨਸ ਕਲਾਸ 'ਚ ਬੈਠਦਾ ਹੈ ਤਾਂ ਉਹਦੇ ਨਾਲ ਜਹਾਜ਼ ਕੋਈ ਤੇਜ਼ ਨਹੀਂ ਉੱਡਣ ਲੱਗ ਜਾਂਦਾ। ਜਹਾਜ਼ ਨੇ ਉਹਨੂੰ ਓਨੇ ਸਮੇਂ ਦੇ ਵਿੱਚ ਲਾ ਦਿੱਤਾ ਜਿੱਥੇ ਲਾਉਣਾ ਸੀ। ਤੇ ਉਸ ਤੋਂ ਬਾਅਦ ਫਿਰ ਦੂਸਰੀ ਗੱਲ ਇਹ ਹੈ, ਇੱਕੋ ਪੁਰਾਣੀ ਕਹਾਣੀ ਸੀ ਕਿ ਕਿਸੇ ਨੇ ਕੋਈ ਚੋਰੀ ਹੋ ਗਈ ਸੀ, ਉਹ ਚੋਰ ਨਾਲ ਫੜਿਆ ਗਿਆ ਤੇ ਰਾਜਾ ਕਹਿੰਦਾ ਜਿਹਦੇ ਗਲ 'ਚ ਰੱਸਾ ਫਿੱਟ ਆਉਂਦਾ ਉਹਨੂੰ ਫਾਂਸੀ ਦੇ ਦਿਓ। ਹੁਣ ਉਹ ਬੰਦਾ ਜਿਹੜਾ ਡਿਪਟੀ ਮੈਨੇਜਰ ਸੀ ਉਹ ਕੋਈ ਉਹਦੀ ਡਿਸਕ੍ਰਿਪਸ਼ਨ ਨਹੀਂ ਸੀ ਕਿ ਕਿਹੜੇ ਪੈਸੇਂਜਰ ਨੂੰ ਕਿੱਥੇ ਬਿਠਾਉਣਾ। ਉਹਨੇ ਸਿਰਫ ਇਹ ਕਿਹਾ ਕਿ ਤੁਸੀਂ ਮੰਜ਼ਿਲ ਤੇ ਪਹੁੰਚ ਗਏ ਹੋ, 40 ਮਿੰਟ ਹੋ ਗਏ, 150 ਸਵਾਰੀ ਬਾਹਰ ਬੈਠੀ ਹੈ, ਜਿਹਨੇ ਅੰਦਰ ਆ ਕੇ ਬੈਠਣਾ ਪਲੀਜ਼ ਤੁਸੀਂ ਡਿਬੋਰਡ ਕਰ ਦਿਓ ਤਾਂ ਕਿ ਦੂਜੇ ਪੈਸੇਂਜਰ ਆ ਕੇ ਬੈਠ ਜਾਣ। ਉਸ ਬੰਦੇ ਨੂੰ ਉਹ ਛਿੱਤਰਾਂ ਨਾਲ ਕੁੱਟ ਰਿਹਾ ਚੱਪਲਾਂ ਦੇ ਨਾਲ, ਜੇ ਉਹਨੇ ਗੱਲ ਕਰਨੀ ਵੀ ਸੀ, ਹਾਲਾਂਕਿ ਗੱਲ ਕੋਈ ਬਣਦੀ ਨਹੀਂ। ਇਹੋ ਜਿਹੇ ਮੁਲਕ ਵਿੱਚ ਜਿੱਥੇ ਅੱਧੀ ਆਬਾਦੀ ਨੇ ਪਹਿਲਾਂ ਕਿਹਾ ਕਿ ਰੋਟੀ ਨਹੀਂ ਮਿਲਦੀ, ਉੱਥੇ ਤੁਹਾਨੂੰ ਇੱਕ ਹਵਾਈ ਜਹਾਜ਼ ਸਫ਼ਰ ਦੀ ਸਹੂਲਤ ਮਿਲ ਰਹੀ ਹੈ ਤੇ ਸੈਟੀਸਫਾਈ ਹੋਣਾ ਚਾਹੀਦਾ। ਜੇ ਫਿਰ ਵੀ ਤੁਹਾਡੀ ਜਿਹੜੀ ਹਉਮੈ ਹੈ ਉਹ ਇੰਨੀ ਬੇਸ਼ਰਮ ਹੋ ਗਈ ਹੈ
ਤੇ ਤੁਸੀਂ ਉੱਥੇ ਉਸ ਆਥੋਰਾਈਜ਼ਡ ਬੰਦੇ ਨੂੰ ਜਿਹੜਾ ਤੁਹਾਨੂੰ ਬਿਜ਼ਨਸ ਕਲਾਸ ਦੇਣੀ ਜਾਂ ਨਹੀਂ ਦੇਣੀ ਉਹਦੀ ਡਿਸਾਈਡ ਕਰਨ ਦੀ ਅਥਾਰਟੀ ਰੱਖਦਾ ਹੈ, ਤੁਸੀਂ ਉਹਦੇ ਨਾਲ ਬਹਿਸ ਕਰੋ। ਔਰ ਜਿੱਥੇ ਤੱਕ ਮੇਰਾ ਖਿਆਲ ਹੈ, ਮੈਂ ਖਿਆਲ ਨਹੀਂ ਜਿੰਨੀ ਕਿ ਮੇਰੀ ਇਨਫੋਰਮੇਸ਼ਨ ਹੈ, ਉਹ ਜਿਹੜਾ ਜਹਾਜ਼ ਸੀ ਉਹ ਛੋਟਾ ਜਹਾਜ਼ ਸੀ, ਉਹਦੇ ਵਿੱਚ ਬਿਜ਼ਨਸ ਕਲਾਸ ਦੇ ਕੈਬਿਨ ਸ਼ਾਇਦ ਹੈ ਵੀ ਨਹੀਂ ਸੀ, ਪਰ ਉਸ ਬਾਵਜੂਦ ਐਡਾ ਬੜਾ ਸੀਨ ਕ੍ਰੀਏਟ ਕਰਨਾ ਔਰ ਇੱਕ ਬਜ਼ੁਰਗ ਬੰਦੇ ਦੇ ਉੱਤੇ ਜੁੱਤੀਆਂ ਮਾਰਨੀਆਂ ਇਸ ਤਰ੍ਹਾਂ, ਮੇਰਾ ਖਿਆਲ ਹੈ ਕਿ ਪਾਰਲੀਮੈਂਟ ਇਹਦਾ ਨਹੀਂ ਨਾ ਕੋਈ ਕੋਗਨੀਜੈਂਸ ਲੈਂਦੀ ਹੈ ਤਾਂ ਮੈਨੂੰ ਇਸ ਗੱਲ ਤੇ ਬਹੁਤ ਅਫਸੋਸ ਹੋਏਗਾ ਵਾਕਿਆ ਹੀ ਕਿ ਇਹੋ ਜਿਹੇ ਮੁਲਕ ਦੇ ਅਸੀਂ ਵਸਿੰਦੇ ਹਾਂ ਜਿੱਥੇ ਇਸ ਤਰ੍ਹਾਂ ਗਰੀਬ ਮਾਰ ਹੋ ਸਕਦੀ ਹੈ ਜੀ। ਪਰ ਸਾਨੂੰ ਇੰਨੀ ਅਫਸੋਸ ਕਰਨ ਦੀ ਇੰਨੀ ਛੇਤੀ ਲੋੜ ਨਹੀਂ ਪਊਗੀ ਅਜੀਤ ਜੀ, ਕਿਉਂਕਿ ਥੋੜੀ ਜੀ ਮੈਂ ਤੁਹਾਨੂੰ ਪਿਛਲੇ ਜੇ 5 ਸਟੇਟਾਂ 'ਚ ਇਲੈਕਸ਼ਨ ਹੋਈ ਆ ਉਹਨਾਂ ਦੇ ਜੋ ਰਿਜ਼ਲਟ ਆਇਆ, ਜੋ MLA ਚੁਣ ਕੇ ਆਇਆ, ਉੱਤੇ ਜ਼ਰੂਰ ਨਿਗਾਹ ਮਾਰਨ ਨੂੰ ਕਹੂੰਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉੱਤਰ ਪ੍ਰਦੇਸ਼, ਜੋ ਕਿ ਸਭ ਤੋਂ ਵੱਡਾ ਇੰਪੋਰਟੈਂਟ ਸਟੇਟ ਸੀ ਬੀਜੇਪੀ ਵਾਸਤੇ ਵੀ, ਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਭਾਰਤ ਦੀ ਰਾਜਨੀਤੀ ਦਾ ਦਿਲ ਜਾਂ ਭਾਰਤ ਦੀ ਰਾਜਨੀਤੀ ਧੜਕਣ ਆਖੀ ਜਾਂਦੀ ਆ ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਜੋ ਚੀਫ ਮਿਨਿਸਟਰ ਬਣਦੇ ਆ ਯੋਗੀ ਆਦਿੱਤਿਆਨਾਥ ਜੀ, ਕੀ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਨਹੀਂ ਆ? ਕਈ ਸਵਾਲ ਨੇ ਜੋ ਸ਼ਾਇਦ ਸਾਨੂੰ ਇੱਕ ਇਸ਼ੂਸ ਕਿਉਂ ਆਉਂਦੇ ਨੇ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਜਾਊਗਾ। ਜੇ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਹਰ ਚੌਥੇ MLA ਉੱਤੇ ਕ੍ਰਿਮੀਨਲ ਕੇਸਿਸ ਨੇ। ਮੈਂ ਫਿਰ ਤੋਂ ਦੱਸਦਾ, ਹਰ ਚੌਥੇ MLA ਉੱਤੇ ਕ੍ਰਿਮੀਨਲ ਕੇਸਿਸ ਨੇ। ਜੇ ਉੱਤਰ ਪ੍ਰਦੇਸ਼ ਦੇ 2012 ਅਤੇ 2017 ਦੇ ਇਲੈਕਸ਼ਨ ਨੂੰ ਕੰਪੇਅਰ ਕਰੀਏ, 2012 ਚ 218 MLA ਦੇ ਉੱਤੇ ਕ੍ਰਿਮੀਨਲ ਕੇਸਿਸ ਸੀ। 2017 ਦੇ ਵਿੱਚ ਇਹ ਨੰਬਰ ਵੱਧ ਕੇ 260 ਹੋ ਗਿਆ। ਮੈਂ ਰਿਪੀਟ ਕਰ ਦਿੰਦਾ, 2012 ਵਿੱਚ ਯੂਪੀ ਦੇ ਵਿੱਚ 218 MLA ਸੀ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਸੀ। 2017 ਚ ਇਹ ਨੰਬਰਾਂ ਚ ਤਰੱਕੀ ਹੋਈ ਆ, ਹੁਣ 260 MLAs ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਨੇ। ਹੁਣ ਥੋੜੀ ਜਿਹੀ ਆਪਾਂ ਨਿਗਾਹ ਮਾਰਦੇ ਹਾਂ ਪੰਜਾਬ ਉੱਤੇ। ਪੰਜਾਬ ਚ 2012 ਦੀ ਜਦੋਂ ਇਲੈਕਸ਼ਨ ਹੋਈ ਸੀ, 98 MLA ਸੀ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਸੀ। 2017 ਚ ਕੀ ਹੋਇਆ? 2017 ਚ ਤੁਹਾਨੂੰ ਇਹ ਜਾਣ ਕੇ ਸ਼ਾਇਦ ਹੈਰਾਨੀ ਹੋਊਗੀ, ਇਹ ਨੰਬਰਾਂ ਚ ਵਾਧਾ ਹੋਇਆ ਵਾ। 98 ਤੋਂ ਇਹ ਨੰਬਰ 101 ਤੇ ਪਹੁੰਚ ਗਏ ਨੇ। ਜੀ ਹਾਂ, 2017 ਦੇ ਵਿੱਚ ਜਿਹੜੇ ਥੋੜੇ ਚਿਰ ਪਹਿਲਾਂ ਹੀ ਇਲੈਕਸ਼ਨ ਹੋਏ ਨੇ, ਅਸੀਂ ਸਾਰਿਆਂ ਨੇ ਚੁਣ ਕੇ MLA ਪੰਜਾਬ ਅਸੈਂਬਲੀ ਚ ਭੇਜੇ ਨੇ, ਉਹਦੇ ਵਿੱਚੋਂ 101 ਦੇ ਉੱਤੇ ਕ੍ਰਿਮੀਨਲ ਚਾਰजेस ਨੇ। ਮਨੀਪੁਰ, ਉੱਤਰਾਖੰਡ, ਗੋਆ, ਥੋੜਾ ਜਿਹਾ ਇਹਨਾਂ ਤਿੰਨਾਂ ਸਟੇਟਾਂ ਵਿੱਚ ਨੰਬਰ ਚ ਘੱਟ ਆਇਆ ਵਾ। ਮਨੀਪੁਰ ਦੇ ਵਿੱਚ 2012 ਚ 60 MLA ਦੇ ਨਾਂ ਤੇ ਕ੍ਰਿਮੀਨਲ ਚਾਰजेस ਸੀ, ਜੋ ਕਿ ਹੁਣ 58 ਨੇ। ਉੱਤਰਾਖੰਡ 54 ਤੇ 48 ਬਚ ਗਏ, ਤੇ ਗੋਆ ਚ 28 ਤੇ 27 ਦਾ ਨੰਬਰ ਸਾਹਮਣੇ ਆ ਰਿਹਾ ਹੈ। ਪਰ ਪੰਜਾਬ ਅਤੇ ਯੂਪੀ ਵਿੱਚ ਇਹ ਨੰਬਰ ਵਧੇ ਨੇ। ਕਿਤੇ ਨਾ ਕਿਤੇ ਜੋ ਰਾਜਨੀਤੀ ਵਿੱਚ ਸ਼ਖਸ ਐਂਟਰ ਕਰ ਰਹੇ ਨੇ ਜਾਂ ਜਿਹਨਾਂ ਨੂੰ ਅਸੀਂ ਚੁਣ ਕੇ ਭੇਜ ਰਹੇ ਆ, ਸ਼ਾਇਦ ਸਾਡੀ ਚੋਣ ਪ੍ਰਕਿਰਿਆ ਜਾਂ ਫਿਰ ਸਾਡੇ ਵੋਟਰਸ ਦਾ ਵੀ ਕਸੂਰ ਆ, ਕਿਉਂਕਿ ਜੇ ਕ੍ਰਿਮੀਨਲਸ ਦਾ ਨੰਬਰ ਪਾਰਲੀਮੈਂਟ ਜਾਂ ਅਸੈਂਬਲੀ ਚ ਵੱਧਦਾ ਜਾ ਰਿਹਾ ਹੈ, ਤੇ ਜੋ ਅੱਜ ਸਾਨੂੰ ਵੇਖਣ ਨੂੰ ਮਿਲਿਆ, ਸ਼ਾਇਦ ਇਹਨਾਂ ਦੇ ਇਨਸੀਡੈਂਟ ਘਟਣਗੇ ਨਹੀਂ, ਵਧਣਗੇ ਹੀ। ਪ੍ਰਮੀਤ ਜੀ ਹਰਪ੍ਰੀਤ ਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਬਿਲਕੁਲ ਜੀ। ਹਰਪ੍ਰੀਤ ਜੀ, ਮੈਂ ਕੁਝ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ। ਇਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਸਮਾਨਾਬਾਦ ਤੋਂ, ਇਹਨਾਂ ਦੇ ਉੱਪਰ ਆਲਰੇਡੀ ਪਹਿਲਾਂ 7 ਪਰਚੇ ਜਿਹੜੇ ਦਰਜ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਪਰਚਾ ਜਿਹੜਾ ਗੈਰ ਇਰਾਦਤਨ ਹੱਤਿਆ ਦਾ ਹੈਗਾ, ਔਰ 3 ਪਰਚੇ ਜਿਹੜੇ ਹੈਗੇ ਨੇ ਉਹ ਦੰਗਿਆਂ ਨਾਲ ਰਿਲੇਟਡ ਨੇ। ਸੋ ਇਹਨਾਂ ਦਾ ਟਰੈਕ ਰਿਕਾਰਡ ਆਲਰੇਡੀ ਉਸ ਤਰ੍ਹਾਂ ਦਾ ਜਿਹੜਾ ਚੱਲ ਰਿਹਾ ਹੈ। ਉਸ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਆ ਗਈ ਕਿ ਇਹਨਾਂ ਨੇ ਜਿਹੜਾ ਫਲਾਈਟ ਮੈਨੇਜਰ ਹੈ 60 ਸਾਲ ਦਾ, ਜਿਹੜਾ ਕਿ ਉਮਰ 'ਚ ਵੀ ਇਹਨਾਂ ਤੋਂ ਵੱਡਾ, ਸੂ ਕੁਮਾਰ, ਉਹਨਾਂ ਦਾ ਨਾਮ ਹੈ ਸੂ ਕੁਮਾਰ, ਜਿਨ੍ਹਾਂ ਦੇ ਨਾਲ ਇਹਨਾਂ ਨੇ ਮਾਰਪੀਟ ਕੀਤੀ, ਔਰ ਉਸ ਤੋਂ ਬਾਅਦ ਬੜੀ ਟੌਰ ਦੇ ਨਾਲ ਆ ਕੇ ਇਹਨਾਂ ਨੇ ਦੱਸਿਆ ਕਿ ਮੈਂ ਉਹਨਾਂ ਨੂੰ 25 ਸੈਂਡਲ ਮਾਰੇ ਨੇ। ਜਿਸ ਫਲਾਈਟ ਵਾਸਤੇ, ਅਜੀਤ ਜੀ ਦੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਿਸ ਫਲਾਈਟ ਤੇ ਬਿਜ਼ਨਸ ਕਲਾਸ 'ਚ ਬੈਠਣ ਵਾਸਤੇ ਇਹ ਸਾਰਾ ਇਸ਼ੂ ਹੋਇਆ, 에ਅਰ ਇੰਡੀਆ ਦੇ ਜਿਹੜੇ ਸਪੋਕਸਪਰਸਨ ਨੇ ਧਨੰਜੇ ਕੁਮਾਰ, ਉਹਨਾਂ ਨੇ ਇਹ ਦੱਸਿਆ ਕਿ ਇਸ ਫਲਾਈਟ ਦੇ ਵਿੱਚ ਪਿਛਲੇ 2 ਸਾਲ ਤੋਂ ਬਿਜ਼ਨਸ ਕਲਾਸ ਹੈ ਹੀ ਨਹੀਂ ਹੈ, ਪ੍ਰੋਵੀਜ਼ਨ ਹੀ ਨਹੀਂ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜਾ ਸਾਰਾ ਇਸ਼ੂ ਹੋਇਆ, ਇੱਕ ਐਸੀ ਚੀਜ਼ ਕਰਕੇ ਇਸ਼ੂ ਹੋਇਆ ਜਿਹਦੀ ਕਿ ਅਵੇਲੇਬਿਲਿਟੀ ਹੀ ਨਹੀਂ ਹੈ, ਪੋਸੀਬਿਲਿਟੀ ਨਹੀਂ ਹੈ।
ਇਸ ਤੋਂ ਇਲਾਵਾ ਇਸ ਸਾਰੇ ਰੌਲੇ ਰੱਪੇ ਦੇ ਵਿੱਚ ਇਹ ਫਲਾਈਟ ਜਿਹੜੀ ਜਿੱਥੇ ਇਹਨੇ ਅਗਲੀ ਡੈਸਟੀਨੇਸ਼ਨ ਤੇ ਜਾਣਾ ਸੀ 40 ਮਿੰਟ ਲੇਟ ਹੋਈ ਹੈ ਫਲਾਈਟ ਹੈ। ਔਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਿ ਫਸਟ ਟਾਈਮ ਮੈਂਬਰ ਪਾਰਲੀਮੈਂਟ ਬਣੇ ਸੀਗੇ, ਇਹਨਾਂ ਨੇ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਆਪਣੇ ਹਲਫਨਾਮੇ ਦਿੱਤੇ ਹੋਏ ਨੇ ਉਹਦੇ ਚ ਇਹਨਾਂ ਨੇ ਖੁਦ ਮੰਨਿਆ ਕਿ ਮੇਰੇ ਉੱਪਰ 7 ਜਿਹੜੇ ਕ੍ਰਿਮੀਨਲ ਕੇਸਿਸ ਨੇ ਆਲਰੇਡੀ ਰਜਿਸਟਰਡ ਹੈਗੇ ਨੇ। ਔਰ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਬੈਕਗ੍ਰਾਉਂਡ ਹੈ, ਜਿਹੜਾ ਵਾਇਲੈਂਟ ਬੈਕਗ੍ਰਾਉਂਡ ਹੈ, ਔਰ ਉਹ ਹਲੇ ਵੀ ਉਸ ਚੀਜ਼ ਨੂੰ ਆਪਣੀ ਸ਼ਾਨ ਸਮਝਦੇ ਨੇ ਦੱਸਣਾ, ਤਾਂ ਮੈਂ ਸਮਝਦਾ ਕਿ ਨਾ ਸਿਰਫ ਪਬਲਿਕ ਨੂੰ, ਨਾ ਸਿਰਫ ਲੋਕਾਂ ਨੂੰ, ਬਲਕਿ 에ਅਰ ਇੰਡੀਆ ਜਾਂ ਇਸ ਤਰ੍ਹਾਂ ਦੀ ਜਿਹੜੀ ਹੋਰ ਫਲਾਈਟ ਕੰਪਨੀਆਂ ਹੈਗੀਆਂ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਵੈਸੇ ਹੀ ਬਲੈਕਲਿਸਟ ਕਰ ਦੇਣਾ ਚਾਹੀਦਾ। 7 ਮਾਮਲੇ ਇਹਨਾਂ ਦੇ ਪਹਿਲਾਂ ਦਰਜ ਸੀ, 8ਵਾਂ ਮਾਮਲਾ ਜਿਹੜਾ ਉਹ ਕੱਲ ਇਹਨਾਂ ਦੇ ਦਰਜ ਹੋ ਗਿਆ। ਅਗਰ ਇਸ ਤਰ੍ਹਾਂ ਦੇ ਜਿਹੜੇ ਪੈਸੇਂਜਰਸ ਨੇ, ਬਿਕੋਜ਼ 에ਅਰ ਇੰਡੀਆ ਵਾਸਤੇ ਉਹ ਮੈਂਬਰ ਪਾਰਲੀਮੈਂਟ ਨਹੀਂ ਹੈ, ਸਿਰਫ ਪੈਸੇਂਜਰ ਹੈ, ਪੈਸੇਂਜਰਸ ਨੂੰ ਬਲੈਕਲਿਸਟ ਕਰ ਦਿੱਤਾ ਜਾਂਦਾ ਤਾਂ ਹੋਰ ਯਾਤਰੀਆਂ ਦੀ ਸੁਰੱਖਿਆ ਵਾਸਤੇ ਵੀ ਇੱਕ ਬਹੁਤ ਵਧੀਆ ਕਦਮ ਹੋਏਗਾ। ਔਰ ਇਸ ਤਰ੍ਹਾਂ ਦੇ ਜਿਹੜੇ ਹੈਂਕੜੀਬਾਜ਼ ਨੇਤਾ ਨੇ ਜਾਂ ਸੋ ਕਾਲਡ ਲੀਡਰਸ ਹੈਗੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਮਝ ਆ ਜਾਏਗੀ ਕਿ ਇਹ ਸਾਨੂੰ ਇਸ ਜਗ੍ਹਾ ਤੋਂ ਬਾਹਰ ਕਰ ਦਿੱਤਾ ਗਿਆ, ਹੁਣ ਸਾਨੂੰ ਲੋਕਾਂ ਸਾਹਮਣੇ ਜਵਾਬ ਦੇਣਾ ਪਏਗਾ ਕਿ ਸਾਨੂੰ ਕਿਉਂ ਬਾਹਰ ਕੀਤਾ ਗਿਆ ਸੀ। ਇਹ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਕੰਡੈਮੇਬਲ ਹੈ, ਟੋਟਲੀ ਕੰਡੈਮੇਬਲ ਹੈ। ਔਰ ਮੈਨੂੰ ਇਹ ਸਭ ਲੱਗਦਾ ਕਿ ਗਵਰਨਮੈਂਟ ਨੂੰ ਖਾਸ ਕਰਕੇ ਜਿਹੜਾ ਇਹਨਾਂ ਦੇ ਕੋ ਮੈਂਬਰ ਪਾਰਲੀਮੈਂਟ ਹੈਗੇ ਨੇ ਉਹਨਾਂ ਨੂੰ ਇਸ ਇਸ਼ੂ ਨੂੰ ਲੈ ਕੇ ਕਾਫੀ ਸਟ੍ਰਿਕਟ ਐਕਸ਼ਨ ਇਹਨਾਂ ਤੇ ਲੈਣਾ ਚਾਹੀਦਾ ਤਾਂ ਕਿ ਪਬਲਿਕ ਦੇ ਵਿੱਚ ਇੱਕ ਅੱਛਾ ਮੈਸੇਜ ਜਾਵੇ। ਜੀ ਜਿੱਦਾਂ ਕਿ ਅਜੀਤ ਜੀ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਚੀਫ ਠਾਕਰੇ ਸਾਹਿਬ ਨੇ ਆਲਰੇਡੀ ਇਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਵਾ। ਆਈ ਐਮ ਨਾਟ ਸ਼ੋਰ ਕਿ ਉਸ ਮੀਟਿੰਗ ਤੋਂ ਬਾਅਦ ਕੀ ਸਾਹਮਣੇ ਆਉਂਦਾ ਵਾ, ਪਰ ਜੋ ਸ਼ਿਵ ਸੈਨਾ ਦੇ ਐਮਪੀ ਦਾ ਬਿਹੇਵੀਅਰ ਸੀ ਕਿਤੇ ਨਾ ਕਿਤੇ ਸਟ੍ਰਿਕਟ ਐਕਸ਼ਨ ਲੈਣੇ ਇਹਦੇ ਉੱਤੇ ਜ਼ਰੂਰ ਬਣਦੇ ਹੀ ਬਣਦੇ ਆ। 에ਅਰ ਇੰਡੀਆ ਨੇ ਵੀ ਨੋ ਫਲਾਈ ਲਿਸਟ ਉਹ ਇੱਕ ਲਿਸਟ ਬਣਾਉਣੀ ਦਾ ਕੰਮ ਸ਼ੁਰੂ ਕਰਤਾ ਵਾ, ਜਿਹਦੇ ਵਿੱਚ ਕਿ ਐਦਾਂ ਦੇ ਪੈਸੇਂਜਰ ਜੋ ਮਿਸਬਿਹੇਵ ਕਰਦੇ ਆ ਜਾਂ ਜਹਾਜ਼ ਦੇ ਵਿੱਚ ਦੂਜੇ ਪੈਸੇਂਜਰਸ ਨਾਲ ਜਾਂ ਸਟਾਫ ਨਾਲ ਮਿਸਬਿਹੇਵ ਕੀਤਾ ਵਾ ਉਹਨਾਂ ਨੂੰ ਨੋ ਫਲਾਈ ਲਿਸਟ ਪਾ ਦੇਣਗੇ ਤਾਂ ਕਿ ਅੱਗੇ ਤੋਂ ਉਹ ਪੈਸੇਂਜਰ 에ਅਰ ਇੰਡੀਆ ਨਾਲ ਟਰੈਵਲ ਨਾ ਕਰ ਸਕਣ। ਪਰ ਸ਼ਾਇਦ 에ਅਰ ਇੰਡੀਆ ਨਾਲੋਂ ਟਰੈਵਲ ਨਾ ਕਰ ਸਕਣ ਪਰ ਉਹ ਪੈਸੇਂਜਰਸ ਦੂਜੇ ਪਲੇਨਾਂ ਤੇ ਜਾਂ ਦੂਜੀ 에ਅਰਲਾਈਨ ਤੇ ਜ਼ਰੂਰ ਟਰੈਵਲ ਕਰ ਲੈਣਗੇ। ਐਮਪੀ ਹੋਣਾ, ਐਮਪੀ ਤੋਂ ਬਾਅਦ ਇਦਾਂ ਦਾ ਬਿਹੇਵ ਕਰਨਾ, ਉਸ ਤੋਂ ਬਾਅਦ ਮੀਡੀਆ ਸਾਹਮਣੇ ਜਾ ਕੇ ਸ਼ਾਨ ਨਾਲ ਦੱਸਣਾ ਕਿ ਮੈਂਬਰ ਆਫ ਪਾਰਲੀਮੈਂਟ ਦਾ ਕੁਝ ਖਾਸ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ ਸਬਦੀਸ਼ ਜੀ ਕਿ ਪਾਰਲੀਮੈਂਟਰੀ ਡਿਸਪਲਿਨਰੀ ਕਮੇਟੀ ਨੂੰ ਇਸ ਮੁੱਦੇ ਉੱਤੇ ਐਕਸ਼ਨ ਨਹੀਂ ਲੈਣਾ ਚਾਹੀਦਾ? ਸਬਦੀਸ਼ ਜੀ, ਅਜੀਤ ਜੀ और प्रवनीत जी। ਬਿਲਕੁਲ ਜੀ ਹਰਪ੍ਰੀਤ ਜੀ, ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਦੇਖਣ ਵਾਲੀ ਗੱਲ ਹੋਏਗੀ ਕਿ ਪਾਰਲੀਮੈਂਟ ਜਿਹੜੀ ਹੈਗੀ ਉਹ ਕੀ ਇਹਦੇ ਤੇ ਐਕਸ਼ਨ ਲੈਂਦੀ ਹੈ। ਇਸ ਡਿਸਗ੍ਰੇਸ ਹੈ ਪਾਰਲੀਮੈਂਟ ਵਾਸਤੇ, ਕਿਉਂਕਿ ਜੇ ਪਾਰਲੀਮੈਂਟ ਜਿਵੇਂ ਘਰ ਦੇ ਇੱਕ ਜਵਾਕ ਜੇ ਹੈਗਾ ਨਾ ਉਹ ਸ਼ਰਾਰਤਾਂ ਕਰਦਾ ਹੋਵੇ ਤਾਂ ਸਾਰਾ ਜਿਹੜਾ ਪਰਿਵਾਰ ਐਂਬੈਸਡ ਮਹਿਸੂਸ ਕਰਦਾ ਕਿ ਸਾਡੀ ਬਦਨਾਮੀ ਕਰ ਰਿਹਾ। ਪਰ ਜੇ ਇੱਕ ਪਾਰਲੀਮੈਂਟ ਦਾ ਪਰਿਵਾਰ ਉਹਨਾਂ ਦੇ ਇੱਕ ਜਿਹੜਾ ਹੈਗਾ ਮੈਂਬਰ ਉਹ ਇਹੋ ਜਿਹੀਆਂ ਹਰਕਤਾਂ ਕਰਦਾ ਤੇ ਪਾਰਲੀਮੈਂਟ ਉਹਦੇ ਉੱਤੇ ਚੁੱਪ ਕਰਕੇ ਉਹਨੂੰ ਕਿਸੇ ਬਗਾਨੇ ਦਾ ਮਸਲਾ ਸਮਝ ਕੇ ਜਾਂ ਇੱਕ ਪਾਰਟੀ ਦਾ ਮਸਲਾ ਸਮਝ ਕੇ ਚੁੱਪ ਕਰ ਜਾਂਦੇ ਨੇ ਜਾਂ ਇੱਕ ਦੂਜੇ ਦੀ ਮੂੰਹ ਖਾਈ ਕਰ ਜਾਂਦੇ ਨੇ। ਜਿਵੇਂ ਤੁਸੀਂ ਕਿਹਾ ਕਿ ਬਾਕੀ ਪੋਲੀਟੀਸ਼ੀਅਨਾਂ ਤੇ ਵੀ ਬਹੁਤ ਮੁਕੱਦਮੇ ਚੱਲਦੇ ਨੇ, ਐਮਐਲਏ ਹੋਣ, ਐਮਪੀ ਹੋਣ, ਤੇ ਇਸੇ ਤਰ੍ਹਾਂ ਹੀ ਇਹਦੇ ਤੇ ਵੀ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਮਿੱਟੀ ਪਾਉਣ ਮੈਂ ਤਾਂ ਕਹਿ ਰਿਹਾ ਕਿ ਕਿਸੇ ਵੀ, ਮੇਰਾ ਖਿਆਲ ਹੈ ਲਾਲੂ ਪ੍ਰਸਾਦ ਯਾਦਵ ਤੋਂ ਬਾਅਦ ਕਿਸੇ ਵੀ ਵੱਡੇ ਨੇਤਾ ਦੇ ਉੱਤੇ ਕੋਈ ਅੱਜ ਤੱਕ ਐਡਵਾਂਸ ਫੈਸਲਾ ਨਹੀਂ ਆਇਆ। ਕੇਸ ਨੇ ਲਿੰਗਰ ਹੋਈ ਜਾਂਦੇ ਨੇ ਤੇ ਬੜੀ ਸੋਹਣੀ ਇਹ ਗੱਲ ਮਿਲੀ ਹੋਈ ਹੈ ਕਿ ਜਦ ਤੱਕ ਕੋਰਟ ਫੈਸਲਾ ਨਹੀਂ ਕਰਦਾ ਜਦ ਤੱਕ ਤੁਸੀਂ ਉਹਨਾਂ ਨੂੰ ਦੋਸ਼ੀ ਨਹੀਂ ਮੰਨ ਸਕਦੇ ਹੈਗੇ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ, ਸਾਰੀਆਂ ਸੁਤੰਤਰਤਾਵਾਂ ਉਹਨਾਂ ਨੂੰ ਜਿਹੜੀਆਂ ਪੋਲੀਟੀਕਲ ਜਿਹੜੀ ਐਕਟੀਵਿਟੀ ਦੀਆਂ ਉਹ ਪੂਰੀਆਂ ਉਹਨਾਂ ਨੂੰ ਮਿਲਦੀਆਂ ਰਹਿਣਗੀਆਂ ਜਦ ਤੱਕ ਕਨਵਿਕਟ ਨਹੀਂ ਹੁੰਦੇ। ਕਨਵਿਕਟ ਹੀ ਕੋਈ ਨਹੀਂ ਹੁੰਦਾ, 20-20 ਸਾਲ ਕੇਸ ਚੱਲੀ ਜਾਂਦੇ ਨੇ ਤੇ ਉਹਨਾਂ ਨੂੰ ਸ਼ਾਇਦ ਉਹਨਾਂ ਦੀ ਪੋਲੀਟੀਕਲ ਕੈਰੀਅਰ ਖਤਮ ਹੋ ਜਾਂਦਾ। ਉਸ ਤੋਂ ਬਾਅਦ ਕਿਸੇ ਨੂੰ ਇਸ ਚੀਜ਼ ਦੇ ਨਾਲ ਨਿਸ਼ਾਨ ਮਤਲਬ ਇੰਟਰਸਟ ਕੋਈ ਨਹੀਂ ਰਹਿੰਦਾ ਕਿ ਉਸ ਤੋਂ ਬਾਅਦ ਉਸ ਬੰਦੇ ਦਾ ਉਹ ਜਿਹੇ ਪੋਲੀਟੀਸ਼ੀਅਨ ਦਾ ਕੀ ਬਣਿਆ ਕੀ ਨਹੀਂ ਬਣਿਆ। ਤੇ ਮੇਰੇ ਖਿਆਲ ਉਸ ਹਾਲਤ ਦੇ ਵੀ ਸ਼ਾਇਦ ਉਹਨਾਂ ਦੇ ਕੇਸ ਖੁਰਦ-ਬੁਰਦ ਹੋ ਜਾਂਦੇ ਨੇ। ਸੋ ਮੈਂ ਤਾਂ ਕਹਾਂਗਾ ਕਿ ਬਿਲਕੁਲ ਜੇ ਪਾਰਲੀਮੈਂਟ ਬਿਨਾਂ ਦੇਖੇ ਦੇ ਕਿ ਕਿਹੜਾ ਇਹ ਪਾਰਟੀ ਹੈ ਕਿਹੜੀ ਨਹੀਂ ਹੈ, ਜਿਹਦੀ ਕੋਲੀਜ਼ਨ ਹੈ, ਕਿਸ ਕੋਲੀਸ਼ਨ ਕਰਕੇ ਹੋ ਰਿਹਾ, ਕਿਸ ਕਰਕੇ ਨਹੀਂ ਹੋ ਜਾਂਦਾ, ਇਹ ਮੂਰਖਾਈ ਕਰਕੇ ਜੇ ਕੇਸ ਨੂੰ ਦਬਾਇਆ ਗਿਆ ਤਾਂ ਮੇਰਾ ਖਿਆਲ ਹੈ ਇਹ ਇੱਕ ਤਰ੍ਹਾਂ ਦਾ ਧੱਬਾ ਹੋਏਗਾ ਪਾਰਲੀਮੈਂਟਰੀ ਸਿਸਟਮ ਦੇ ਇੰਡੀਆ ਦੇ ਉੱਤੇ।
ਐਮਪੀ ਸਾਹਿਬ ਨੇ ਕੁਝ ਮੀਡੀਆ ਚੈਨਲ ਨਾਲ ਗੱਲ ਕਰਦੇ ਹੋਏ ਇਹ ਵੀ ਕਹਿਤਾ ਕਿ ਸਾਡੀ ਪਾਰਟੀ ਦੇ ਮੁਖੀ ਠਾਕਰੇ ਸਾਹਿਬ ਆਮ ਤੌਰ ਤੇ ਕਹਿ ਦਿੰਦੇ ਆ ਕਿ ਜੇ ਕੋਈ ਗੱਲ ਨਾ ਮੰਨੇ ਤੇ 2 ਵਾਰ ਹੱਥ ਜੋੜੋ ਤੇ ਤੀਜੀ ਵਾਰ ਹੱਥ ਚੱਕ ਦੋ। ਜੇ ਠਾਕਰੇ ਸਾਹਿਬ ਜਾਂ ਸ਼ਿਵ ਸੈਨਾ ਪਾਰਟੀ ਦੇ ਪਿਛਲੇ ਕੁਝ ਸਾਲਾਂ ਦੇ ਕੰਮਕਾਜ ਤੇ ਨਿਗਾਹ ਮਾਰੀਏ, ਕਿਤੇ ਨਾ ਕਿਤੇ ਜੋ ਮੈਸੇਜ ਆ ਸ਼ਿਵ ਸੈਨਾ ਚੀਫ ਤੋਂ ਜਾਂ ਸ਼ਿਵ ਸੈਨਾ ਪਾਰਟੀ ਤੋਂ, ਉਹ ਪਾਰਟੀ ਦੇ ਲੀਡਰਾਂ ਵਾਸਤੇ ਸਹੀ ਨਹੀਂ ਜਾਂਦਾ ਵਾ। ਕਿ ਸ਼ਿਵ ਸੈਨਾ ਲੀਡਰਸ਼ਿਪ ਵੀ ਇਹਦੇ ਪਿੱਛੇ ਕਸੂਰਵਾਰ ਆ ਪ੍ਰਭਮੀਤ ਜੀ? ਬਿਲਕੁਲ ਜੀ ਬਿਲकुल शिव सेना की ਜਿਹੜੀ ਆਈਡੀਓਲੋਜੀ ਹੈ ਸ਼ੁਰੂ ਤੋਂ ਉਹ ਵਾਇਲੈਂਟ ਹੀ ਰਹੀ ਹੈ। शिव सेना ने शुरू तो ही बाल ठाकरे होण या राज ठाकरे होण या उद्धव ठाकरे होण, ਇਹਨਾਂ ਨੇ ਆਲਵੇਜ਼ ਇੱਕ ਧੱਕੇਸ਼ਾਹੀ ਵਾਲੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਜਿਹੜੇ ਇਹਨਾਂ ਦੇ ਸੋ ਕਾਲਡ ਇਹਨਾਂ ਦੇ ਨਾਲ ਵਰਕਰ ਜੁੜੇ ਹੁੰਦੇ ਨੇ ਉਹਨਾਂ ਦਾ ਮੋਰਲ ਇਸੇ ਕਰਕੇ ਹਾਈ ਹੁੰਦਾ ਕਿਉਂਕਿ ਇਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਦੀ ਪੈਠ ਜਿਹੜੀ ਬਿਊਰੋਕ੍ਰੇਸੀ 'ਚ ਇਸ ਹੱਦ ਤੱਕ ਬੈਠ ਚੁੱਕੀ ਹੁੰਦੀ ਹੈ ਕਿ ਜਿਹੜੇ ਵੱਡੇ ਪੁਲਿਸ ਅਫਸਰ ਨੇ ਉਹ ਵੀ ਕਿਸੇ ਨਾ ਕਿਤੇ ਇਹਨਾਂ ਦੀ ਸਿਫਾਰਿਸ਼ ਦੇ ਨਾਲ ਹੀ ਉਹਨਾਂ ਪੋਸਟ ਤੇ ਪਹੁੰਚੇ ਹੁੰਦੇ ਨੇ। ਤਾਂ ਉਹਨਾਂ ਦੀ ਜਿਹੜੀ ਵਫਾਦਾਰੀਆਂ ਨੇ, ਜਿਹੜੀਆਂ ਮੁਲਾਜ਼ਮਦਾਰੀਆਂ ਨੇ ਟੁਵਾਰਡਸ ਇਹਨਾਂ ਲੋਕਾਂ ਦੇ ਰਹਿੰਦੀਆਂ ਨੇ। ਔਰ ਇਹੀ ਲੋਕ ਜਿਹੜੇ ਇਹਨਾਂ ਦੇ ਵਰਕਰ ਜਿਹੜੇ ਅੱਗੇ ਜਾ ਕੇ ਜਦੋਂ ਪਬਲਿਕ ਦੇ ਵਿੱਚ ਗੁੰਡਾਗਰਦੀ ਕਰਦੇ ਨੇ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਸੇਫ ਹਾਂ, ਸਾਡੇ ਤੇ ਕੋਈ ਐਕਸ਼ਨ ਨਹੀਂ ਹੋਣ ਵਾਲਾ। ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਕਿ ਇਸ ਮੈਂਬਰ ਪਾਰਲੀਮੈਂਟ ਸਾਹਿਬਾਨ ਤੇ 7 ਪਰਚੇ ਜਿਹੜੇ ਆਲਰੇਡੀ ਦਰਜ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਪਰਚਾ ਗੈਰ ਇਰਾਦਤਨ ਹੱਤਿਆ ਦਾ, ਦੈਟ ਇਜ਼ ਅ ਸੀਰੀਅਸ ਕ੍ਰਾਈਮ। ਤਾਂ ਇਹ ਕਿਉਂ ਨਹੀਂ ਮੈਂਬਰ ਪਾਰਲੀਮੈਂਟ ਜਿਹੜੇ ਹੈਗੇ ਨੇ ਬਾਕੀ ਇਹਨਾਂ ਦੇ ਕੋ ਮੈਂਬਰ ਪਾਰਲੀਮੈਂਟ ਇਸ ਇਸ਼ੂ ਨੂੰ ਕਦੇ ਉਹਨਾਂ ਨੇ ਕਿਉਂ ਨਹੀਂ ਰੇਜ਼ ਕੀਤਾ? ਇੱਕ ਬੰਦਾ ਜਿਹੜਾ ਕਿ ਜਿਹਦੇ ਤੇ ਤਿੰਨ ਮਾਮਲੇ ਜਿਹੜੇ ਦੰਗਾ ਭੜਕਾਉਂਦੇ ਔਰ ਦੰਗਿਆਂ ਦੇ ਵਿੱਚ ਖਤਰਨਾਕ ਹਥਿਆਰ ਰੱਖਣ ਦੇ ਹੈਗੇ ਨੇ, ਇੱਕ ਗੈਰ ਇਰਾਦਤਨ ਹੱਤਿਆ ਦਾ ਇੱਕ ਉਹਨਾਂ ਤੇ ਕੇਸ ਚੱਲਦਾ ਪਿਆ। ਉਸ ਤਰ੍ਹਾਂ ਦੇ ਬੰਦੇ ਨੂੰ ਪਹਿਲੀ ਗੱਲ ਤਾਂ ਲੋਕਾਂ ਨੂੰ ਹੀ ਜਿਤਾ ਕੇ ਨਹੀਂ ਪਾਰਲੀਮੈਂਟ 'ਚ ਭੇਜਣਾ ਚਾਹੀਦਾ। ਔਰ ਮੋਦੀ ਲਹਿਰ ਦੇ ਵਿੱਚ ਜਿਸ ਵੇਲੇ ਜਿੱਤੇ ਨੇ, ਜੋ ਕਿ ਇਹਨਾਂ ਦੇ ਬਾਇਓਡਾਟਾ ਦੇ ਵਿੱਚ ਆ ਰਿਹਾ ਕਿ ਮੋਦੀ ਲਹਿਰ ਦੇ ਵਿੱਚ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣੇ ਨੇ, ਜਿਸ ਵੇਲੇ ਜਿੱਤ ਕੇ ਜਾਂਦੇ ਨੇ ਤਾਂ ਪਬਲਿਕ ਦੇ ਵਿੱਚ ਇਹਨਾਂ ਦਾ ਬਿਹੇਵੀਅਰ ਕੀ ਹੁੰਦਾ? ਮੈਂ ਕੁਝ ਦਿਨ ਪਹਿਲਾਂ ਵੀ ਕਿਹਾ ਸੀ ਕਿ ਤੁਹਾਡੀ ਪਰਸਨਲ ਲਾਈਫ ਕੁਝ ਵੀ ਹੋ ਸਕਦੀ, ਪਬਲਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੀ ਬੋਲਣ ਦਾ ਇੱਕ ਸੰਯਮ ਹੁੰਦਾ, ਸਾਡੇ ਐਟੀਟਿਊਡ ਦਾ ਇੱਕ ਸੰਯਮ ਹੁੰਦਾ। ਇਹ ਸਾਡੇ ਹੱਥ ਹੁੰਦਾ ਕਿ ਅਸੀਂ ਆਪਣੀ ਇੱਜ਼ਤ ਕਿੰਨੀ ਕਰਵਾਉਂਦੇ ਹਾਂ ਕਿਸੇ ਦੇ ਕੋਲੋਂ, ਕਿੰਨੀ ਨਹੀਂ ਕਰਵਾਉਂਦੇ। ਜਿਸ ਚੀਜ਼ ਵਾਸਤੇ ਸਾਰਾ ਰੌਲਾ ਪਿਆ, ਬੜੇ ਅਫਸੋਸ ਦੀ ਗੱਲ ਹੈ ਕਿ ਉਹ ਚੀਜ਼ ਐਗਜ਼ਿਸਟ ਹੀ ਨਹੀਂ ਸੀ ਕਰ ਰਹੀ। ਬਿਜ਼ਨਸ ਕਲਾਸ ਉਸ ਫਲਾਈਟ ਦੇ ਵਿੱਚ ਹੈ ਹੀ ਨਹੀਂ ਜਿਹਨੂੰ ਲੈ ਕੇ ਇਹਨਾਂ ਨੇ ਆਪਣੇ ਤੋਂ ਵੱਡੀ ਉਮਰ ਦੇ ਇੱਕ 60 ਸਾਲ ਦੇ ਬੰਦੇ ਸੂ ਕੁਮਾਰ ਨੂੰ ਜੁੱਤੀਆਂ ਨਾਲ ਮਾਰਿਆ ਔਰ ਉਸ ਤੋਂ ਬਾਅਦ ਬੜੀ ਸ਼ਾਨ-ਬਾਨ ਦੇ ਨਾਲ ਦੱਸਿਆ। ਸ਼ਿਵ ਸੈਨਾ ਦਾ ਇਹ ਐਟੀਟਿਊਡ ਜਿਹੜਾ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਇਹਨੂੰ ਅੱਜ ਹੀ ਕੋਈ ਹਾਰਡ ਬ੍ਰੇਕ ਬੈਰੀਕੇਡ ਨਹੀਂ ਲਗਾਇਆ ਗਿਆ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵੱਧਦਾ ਜਾਏਗਾ। ਔਰ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸ਼ਿਵ ਸੈਨਾ ਦੇ ਨਾਂ ਤੇ ਘੱਟੋ ਘੱਟ 100 ਤੋਂ ਜ਼ਿਆਦਾ ਜਥੇਬੰਦੀਆਂ ਇੱਥੇ ਬਣੀਆਂ ਹੋਈਆਂ ਨੇ ਔਰ ਉਹਨਾਂ ਦੇ ਜਿਹੜੇ ਸੋ ਕਾਲਡ ਗੁੰਡੇ ਵਰਡ ਮੈਂ ਆਨਲਾਈਨ ਯੂਜ਼ ਕਰ ਰਿਹਾ, ਗੁੰਡੇ ਜਿਹੜੇ ਹੈਗੇ ਨੇ ਉਹ ਇਹੀ ਪੈਟਰਨ ਅਪਣਾਉਂਦੇ ਨੇ ਕਿ ਜਿੱਥੇ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਤੋੜ-ਫੋੜ ਕਰਦੇ ਨੇ, ਧਮਕੀਆਂ ਦਿੰਦੇ ਨੇ, ਗਾਲਾਂ ਕੱਢਦੇ ਨੇ। ਇਸ ਚੀਜ਼ ਨੂੰ ਪਬਲਿਕ ਨੂੰ ਹੀ ਡਿਨਾਈ ਕਰਨਾ ਪਏਗਾ ਬਿਕੋਜ਼ ਇਹਨਾਂ ਲੋਕਾਂ ਨੇ ਆਪਣੇ ਆਪ ਤੋਂ ਅਕਲ ਨਹੀਂ ਲੈਣੀ ਹੈਗੀ ਜੀ। ਜੀ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ, ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਵੀ ਬਾਹੂਬਲੀ ਕਹਿ ਲਈਏ ਜਾਂ ਜਿੱਦਾਂ ਪ੍ਰਭਜੀਤ ਜੀ ਨੇ ਸ਼ਬਦ ਇਸਤੇਮਾਲ ਕੀਤਾ, ਗੁੰਡਾ ਐਲੀਮੈਂਟ ਨੂੰ ਟਿਕਟਾਂ ਦਿੰਦੀਆਂ ਨੇ। ਕਿ ਪੋਲੀਟੀਕਲ ਪਾਰਟੀਆਂ ਦਾ ਵੀ ਕਸੂਰ ਹੈਗਾ ਵਾ ਕਿ ਇਲੈਕਸ਼ਨ ਕਮਿਸ਼ਨ ਜਾਂ ਲਾਅ ਵਿੱਚ ਚੇਂਜਸ ਨਹੀਂ ਹੋਣੇ ਚਾਹੀਦੇ ਤਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਿਹਦੇ ਵਿੱਚ ਕੀ ਜੋ ਕ੍ਰਿਮੀਨਲਸ ਨੂੰ बढ़ावा ਦਿੰਦੀ ਹੋਵੇ, ਇਲੈਕਸ਼ਨ ਕਮਿਸ਼ਨ ਉਸ ਪੋਲੀਟੀਕਲ ਪਾਰਟੀ ਨੂੰ ਕੁਝ ਚਿਰ ਵਾਸਤੇ ਸਸਪੈਂਡ ਕਰਨ ਦੀ ਪਾਵਰ ਰੱਖਦਾ ਹੋਵੇ? ਹਰਪ੍ਰੀਤ ਜੀ, ਪੋਲੀਟੀਕਲ ਪਾਰਟੀਆਂ ਦਾ ਕਸੂਰ ਇਸ ਨਜ਼ਰੀਏ ਤੋਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਨੇਤਾਵਾਂ ਨੂੰ ਵਾਰ-ਵਾਰ ਟਿਕਟ ਦਿੰਦੇ ਨੇ, ਇਸ ਤਰ੍ਹਾਂ ਦੇ ਨੇਤਾਵਾਂ ਦੇ ਬਿਹੇਵ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰਦਾਪੋਸ਼ੀ ਕਰਨ ਦਾ ਯਤਨ ਕਰਦੇ ਨੇ। ਪਰ ਮੈਂ ਫਿਰ ਆਪਣੀ ਗੱਲ ਰਿਪੀਟ ਕਰਾਂਗਾ, ਲੰਬੀ ਨਹੀਂ ਕਰਾਂਗਾ। ਬੇਸਿਕਲੀ ਸਾਨੂੰ ਆਪਣੇ ਕਲਚਰ ਦੇ ਵਿੱਚ ਜਿਹੜੀ ਇਸ ਕਿਸਮ ਦੀ ਪ੍ਰਵਿਰਤੀ ਹੈ, ਇਸ ਕਿਸਮ ਦੇ ਲੋਕਾਂ ਦੇ ਉੱਤੇ ਮਾਣ ਕਰਨ ਦੀ ਪ੍ਰਵਿਰਤੀ ਆ, ਉਹਦੇ ਬਾਰੇ ਤਾਂ ਸਾਨੂੰ ਰੀਥਿੰਕ ਕਰਨਾ ਪਵੇਗਾ। ਔਰ ਜਿੱਥੋਂ ਤੱਕ ਅਸੀਂ ਇਹ ਕਹਿ ਸਕਦੇ ਕਿ ਕਿਸੇ ਦੀ ਪਰਸਨਲ ਲਾਈਫ ਕੁਝ ਵੀ ਹੋ ਸਕਦੀ ਹੈ, ਮੈਨੂੰ ਲੱਗਦਾ ਪਰਸਨਲ ਲਾਈਫ ਤੇ ਪਬਲਿਕ ਲਾਈਫ ਦੇ ਵਿੱਚ ਆਮ ਤੌਰ ਤੇ ਅਸੀਂ ਵਖਰੇਵਾਂ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਨ੍ਹਾਂ ਚੀਜ਼ਾਂ ਦੇ ਵਿੱਚ ਮਸਲਨ ਅਸੀਂ ਦਾਰੂ ਦੇ ਸਵਾਲ ਦੇ ਉੱਤੇ ਕਰ ਸਕਦੇ ਕਿ ਇੱਕ ਨੇਤਾ ਪਰਸਨਲੀ ਜੇ ਦਾਰੂ ਪੀਂਦਾ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਪਬਲਿਕ ਪਲੇਸ ਤੇ ਨਾ ਪੀਵੇ, ਇਹੋ ਜਿਹੀ ਜਗ੍ਹਾ ਦੇ ਉੱਤੇ ਨਾ ਜਾਵੇ ਦਾਰੂ ਪੀ ਕੇ, ਜਿਹੜੀ ਸੰਵੇਦਨਸ਼ੀਲ ਜਗ੍ਹਾ ਜਿਵੇਂ ਪੰਜਾਬ ਦੇ ਵਿੱਚ ਵੀ ਪਿਛਲੇ ਦਿਨੀ ਚਰਚਾ ਕਰਦੇ ਆ। ਪਰ ਜਿੱਥੋਂ ਤੱਕ ਮਾਨਸਿਕ ਤੌਰ ਦੇ ਉੱਤੇ ਤੁਹਾਡੀ ਸਿਚੁਏਸ਼ਨ ਦਾ ਸਵਾਲ ਆ, ਜੇ ਤੁਸੀਂ ਪਰਸਨਲੀ ਐਂਟੀ ਵਿਮਨ ਹੋ ਤਾਂ ਤੁਹਾਡੀ ਉਹ ਬਿਹੇਵ ਪਬਲਿਕ ਖੇਤਰ ਦੇ ਵਿੱਚ ਵੀ ਸਾਹਮਣੇ ਆ ਜਾਵੇਗਾ। ਜਦੋਂ ਤੁਸੀਂ ਐਂਟੀ ਵਿਮਨ ਹੋ ਤਾਂ ਸਾਡੀ ਪਾਰਲੀਮੈਂਟ ਵਿੱਚ ਵੀ ਇਹ ਰਿਜ਼ਰਵੇਸ਼ਨ ਦੇ ਉੱਤੇ ਆ ਜਾਏਗਾ ਕਿ ਬਾਲ ਕਟੀਆਂ ਇੱਥੇ ਆ ਜਾਣਗੀਆਂ। ਇਸ ਕਰਕੇ ਬੇਸਿਕ ਸਵਾਲ ਕਲਚਰਲੀ ਮਨੋਦਸ਼ਾ ਕਿਵੇਂ ਤਬਦੀਲ ਹੋਵੇ ਇਹਦੇ ਬਾਰੇ
ਸੋਚਣ ਦਾ ਵਾ, ਔਰ ਪੋਲੀਟੀਕਲ ਪਾਰਟੀਆਂ ਇਹਦੇ ਵਿੱਚ ਕਿੰਨੀਆਂ ਹੈਲਪਫੁਲ ਹੋ ਸਕਦੀਆਂ, ਇਹ ਇੱਕ ਵੱਖਰੀ ਕਿਸਮ ਦਾ ਸਵਾਲ ਅਸੀਂ ਉਠਾ ਸਕਦੇ ਹਾਂ। ਔਰ ਲੋਕ ਇਸ ਵੇਲੇ ਲੋਕਾਂ ਨੂੰ VOTING ਦੇ ਵਿੱਚ ਇਗਨੋਰ ਕਰਨ, ਇਦਾਂ ਦੀ ਚੇਤਨਾ ਅਸੀਂ ਕਿਵੇਂ ਪੈਦਾ ਕਰ ਸਕਦੇ ਹਾਂ, ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਰੋਲ ਹੋ ਸਕਦਾ, ਬਸ਼ਰਤੇ ਕਿ ਉਹ ਪ੍ਰੋ ਪੀਪਲ ਪੋਲਿਟਿਕਸ ਕਰ ਰਹੀਆਂ ਹੋਣ। ਜੇ ਵੋਟ ਪੋਲਿਟਿਕਸ ਕਰਨੀ ਹੈ ਤਾਂ ਬਹੁਤ ਵਾਰ ਪਾਰਟੀਆਂ ਨੂੰ ਇਹੋ ਜਿਹੇ ਬੰਦਿਆਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਜੇ ਮੋਦੀ ਸਾਹਿਬ ਦੀ ਗੱਲ ਕਰੀਏ, ਕਾਫੀ ਪਾਵਰਫੁਲ ਲੀਡਰ ਨੇ, ਅਸੀਂ ਸਾਰੇ ਹੀ ਜਾਣਦੇ ਹਾਂ। ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੋ ਮੋਦੀ ਸਾਹਿਬ ਦਾ ਕੱਦ ਆ, ਰਾਜਨੀਤਿਕ ਕੱਦ ਆ, ਉਹ ਵੱਧਦਾ ਗਿਆ ਵਾ। ਪਰ ਜਦੋਂ ਮੋਦੀ ਸਾਹਿਬ ਜਾਂ ਬੀਜੇਪੀ ਨੂੰ ਯੂਪੀ ਦੇ ਵਿੱਚ ਲੀਡਰ ਚੁਣਨ ਦੀ ਜਾਂ ਸੀਐਮ ਚੀਫ ਮਿਨਿਸਟਰ ਚੁਣਨ ਦੀ ਚੀਫ ਮਿਨਿਸਟਰ ਚੁਣਨਾ ਪਿਆ, ਉਦੋਂ ਕੀ ਕਾਰਨ ਆ ਕਿ ਚੀਫ ਮਿਨਿਸਟਰ ਉਹ ਚੁਣਿਆ ਗਿਆ ਜਿਹਦੇ ਉੱਤੇ ਕਿ ਕ੍ਰਿਮੀਨਲ ਕੇਸਿਸ ਆ। ਇੱਕ ਪਾਸੇ ਮੋਦੀ ਸਾਹਿਬ ਵੀ ਕਰਪਸ਼ਨ ਹਟਾਉਣ ਦੀ ਗੱਲ ਕਰਦੇ ਨੇ, ਨਵਾਂ ਭਾਰਤ ਰਚਣ ਦੀ ਗੱਲ ਕਰਦੇ ਨੇ, 2022 ਤੱਕ ਨਵਾਂ ਭਾਰਤ ਜਾਂ ਭਾਰਤ 'ਚ ਕਈ ਚੇਂਜਸ ਆ ਜਾਣਗੇ ਉਹਦੀ ਗੱਲ ਕਰਦੇ ਨੇ। ਦੂਜੇ ਪਾਸੇ ਜੇ ਵੇਖਿਆ ਜਾਵੇ ਕਿ ਰਾਜਨੀਤਿਕ ਤੌਰ ਦੇ ਵਿੱਚ ਜਾਂ ਰਾਜਨੀਤਿਕ ਤਰੀਕਿਆਂ 'ਚ ਮੋਦੀ ਸਾਹਿਬ ਜਾਂ ਬੀਜੇਪੀ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਕੋਈ ਖਾਸ ਤਰੱਕੀ ਨਹੀਂ ਹੋਈ, ਲਗਭਗ ਉਹੀ ਰਾਜਨੀਤੀ ਕੀਤੀ ਜਾ ਰਹੀ ਆ ਜੋ ਅੱਜ ਤੋਂ 10-15 ਸਾਲ ਪਹਿਲਾਂ ਕੀਤੀ ਜਾ ਰਹੀ ਸੀ। ਬਿਲਕੁਲ ਹਰਪ੍ਰੀਤ ਜੀ, ਇਹੀ ਮੋਦੀ ਸਾਹਿਬ ਦੀ ਪੋਲਿਟਿਕਸ ਦਾ ਅਸਲੀ ਟੈਸਟ ਹੋਏਗਾ। ਅਜੇ ਤੱਕ ਉਹ ਟੈਸਟ ਦੇ ਵਿੱਚ ਕੋਈ ਬਹੁਤ ਨੰਬਰ ਪ੍ਰਾਪਤ ਨਹੀਂ ਕਰ ਸਕੇ, ਉੱਥੇ ਦੇ ਉੱਚੀ ਖੜੇ ਨੇ ਜੇ ਇਸ ਪੱਖ ਤੋਂ ਦੇਖਿਆ ਜਾਵੇ। ਬਾਕੀ ਗੱਲਾਂ ਕਿੰਨੀਆਂ ਠੀਕ ਨੇ ਕਿੰਨੀਆਂ ਗਲਤ ਨੇ ਉਹ ਉਹਦੇ 'ਚ ਨਹੀਂ ਪੈਂਦੇ, ਪਰ ਜਿੱਥੇ ਤੱਕ ਪੋਲੀਟੀਕਲ ਸੁਧਾਰ ਕਰ ਲੈਣ ਦੀ ਗੱਲ ਹੈ ਔਰ ਪੋਲੀਟੀਕਲ ਸਿਸਟਮ ਨੂੰ ਤੇ ਸਾਰੇ ਸਿਆਸੀ ਤੰਤਰ ਨੂੰ ਇੱਕ ਨਵੀਂ ਦਸ਼ਾ ਔਰ ਦਿਸ਼ਾ ਪ੍ਰਦਾਨ ਕਰਨ ਦੀ ਗੱਲ ਹੈ, ਉਹਦੇ ਵਿੱਚ ਅਜੇ ਉਹਨਾਂ ਦੀ ਕੋਈ ਪ੍ਰਾਪਤੀ ਨਜ਼ਰ ਨਹੀਂ ਆਉਂਦੀ ਹੈ। ਕ੍ਰਿਮੀਨਲਸ ਨੂੰ ਟਿਕਟਾਂ ਦੇਣੀਆਂ ਪੈਂਦੀਆਂ ਨੇ, ਕ੍ਰਿਮੀਨਲਸ ਦੇ ਨਾਲ ਹੀ ਐਡਜਸਟਮੈਂਟ ਕਰਨੀ ਪੈਂਦੀ ਹੈ। ਭਾਵੇਂ ਉਹ ਠੀਕ ਹੈ ਬਹੁਤ ਵੱਡੀ ਪਾਰਟੀ ਹੈ, ਪਰ ਕਿਤੇ ਵੀ ਅਜੇ ਇਹੋ ਜਿਹੀ ਪ੍ਰਕਿਰਿਆ ਵੀ ਨਜ਼ਰ ਨਹੀਂ ਆਉਂਦੀ ਹੈਗੀ ਜਿੱਥੇ ਇਹ ਹੋਵੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਬੰਦਾ ਜਿਹੜਾ ਦਾਗੀ ਹੈ ਕਿਸੇ ਤਰ੍ਹਾਂ ਦਾ ਵੀ, ਅਸੀਂ ਉਹਨੂੰ ਪਾਰਟੀ 'ਚੋਂ ਸਟੈਪ ਬਾਈ ਸਟੈਪ ਵੀ ਜੇ ਇੱਕਦਮ ਨਹੀਂ ਤੇ ਅਸੀਂ ਉਹਨਾਂ ਨੂੰ ਪਿੱਛੇ ਕਰਦੇ ਨਜ਼ਰ ਆਉਂਦੇ ਹੋਣ। ਇਸ ਗੱਲ ਦੀ ਹਾਲੇ ਵਾਕਿਆ ਹੀ ਕੋਈ ਚੀਜ਼ ਸਾਹਮਣੇ ਨਹੀਂ ਆ ਰਹੀ। ਨਾ ਹੀ ਪੂਰੀ ਜਿਹੜੀ ਮੋਦੀ ਸਾਹਿਬ ਦੇ ਨਾਲ ਜਿਹੜੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਹੈ, ਰਾਜਨਾਥ ਸਿੰਘ ਹੋਏ, ਉਹਨਾਂ ਦੇ ਹੋਰ ਬਰਾਬਰ ਦੇ ਉਸ ਕੱਦ ਦੇ ਜੇਟਲੀ ਸਾਹਿਬ ਤੇ ਹੋਰ ਦੂਸਰੇ ਨੇਤਾ ਨੇ, ਉਹ ਸਾਰੇ ਜਿਕਣਾ ਕਹਿ ਲਓ ਇੱਕ ਸਮੂਹਕ ਤੌਰ ਤੇ ਇਸ ਪੱਖ ਤੋਂ ਵਾਕਿਆ ਹੀ ਬਹੁਤ ਵੱਡੀ ਕੋਈ ਕਾਰਵਾਈ ਕਰਦੇ ਨਜ਼ਰ ਨਹੀਂ ਆਉਂਦੇ, ਜਿਹੜੀ ਵਾਕਿਆ ਹੀ ਇੱਕ ਨਿਰਾਸ਼ਾਜਨਕ ਚੀਜ਼ ਹੈ। ਕਿਉਂਕਿ ਅਸਲ ਦੇ ਵਿੱਚ ਜਦੋਂ ਤੱਕ ਕ੍ਰਾਈਮ ਤੋਂ ਮੁਕਤ ਰਾਜਨੀਤੀ ਨਹੀਂ ਹੁੰਦੀ ਹੈਗੀ ਤਦ ਤੱਕ ਅਸੀਂ ਇਹ ਜਿਹੜੀਆਂ ਗੱਲਾਂ ਕਰ ਰਹੇ ਹਾਂ ਅਸੀਂ ਨਹੀਂ ਆਸ ਕਰ ਸਕਦੇ ਕਿ ਇਹ ਵਰਤਾਰੇ ਰਾਜਨੀਤੀ 'ਚੋਂ ਅਲੋਪ ਹੋ ਜਾਣਗੇ, ਕਿਉਂਕਿ ਉਹ ਜਿਹੜੇ ਮਹੱਤਵਆਕਾਂਖੀ ਲੋਕ ਰੁਤਬੇ ਦੇ ਪੈਸੇ ਦੇ ਹੋਣਗੇ ਉਹ ਇਹ ਸਾਰੇ ਵਰਤਾਰੇ ਕਰਨਗੇ ਹੀ ਕਰਨਗੇ। ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਜਿਹੜੀ ਇੱਕ ਪ੍ਰਾਪਤੀ ਹੈ ਉਹ ਇਹ ਪ੍ਰਾਪਤੀ ਉਹ ਇਸ ਚੀਜ਼ ਹੈ ਕਿ ਸਾਡੀ ਧੌਣ ਜਿਹੜੀ ਹੈਗੀ ਜੰਮ ਸਕੇ। ਤੇ ਇਸ ਰਾਜਨੀਤੀ ਦੇ ਵਿੱਚ ਵਾਕਿਆ ਹੀ ਮੈਂ ਵੀ ਇਸ ਗੱਲੋਂ ਕੁਛ ਹੱਦ ਤੱਕ ਨਿਰਾਸ਼ ਹਾਂ ਕਿ ਕੁਛ ਨਹੀਂ ਅਜੇ ਨਜ਼ਰ ਆ ਰਿਹਾ ਕਿ ਕੋਈ ਚੇਂਜ ਆ ਰਹੀ ਹੈ। ਜੀ ਰਮਨੀਤ ਜੀ ਜਾਂ ਸਬਦੀਪ ਜੀ ਇਸ ਮੁੱਦੇ ਤੇ ਜੋ ਕਮੈਂਟ ਕਰਨਾ ਚਾਹੋ, ਇਸ ਸਵਾਲ ਤੇ ਜੋ ਕਮੈਂਟ ਕਰਨਾ ਚਾਹੋ। ਹਰਪ੍ਰੀਤ ਜੀ, ਅਜੀਤ ਜੀ ਨੇ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਿਹੜੇ ਬਾਹੂਬਲੀ ਨੇਤਾ ਨੇ ਉਹਨਾਂ ਨੂੰ ਪਿੱਛੇ ਹਟਾਉਣ ਦਾ ਕੋਈ ਫਿਲਹਾਲ ਵਰਤਾਰਾ ਨਜ਼ਰ ਨਹੀਂ ਆਉਂਦਾ। ਕਿਤੇ ਨਾ ਕਿਤੇ ਬਤੌਰ ਪੋਲੀਟੀਕਲ ਐਨਾਲਿਸਿਸਟ ਮੈਂ ਇੱਕ ਚੀਜ਼ ਇਹ ਆਬਜ਼ਰਵ ਕੀਤੀ ਕਿ ਇਹੀ ਬਾਹੂਬਲੀ ਲੋਕ ਨੇ, ਇਹ ਉਹਨਾਂ ਲੀਡਰਸ ਦੀ ਕਮਜ਼ੋਰੀ ਬਣ ਚੁੱਕੇ ਨੇ। ਉਹਨਾਂ ਨੂੰ ਪਿੱਛੇ ਕਰਕੇ ਆਪ ਅੱਗੇ ਰਹਿ ਹੀ ਨਹੀਂ ਸਕਦੇ, ਇਹਨਾਂ ਨੂੰ ਅੱਗੇ ਕਰਨਾ ਹੀ ਪਏਗਾ ਨਾਲ ਨਾਲ। ਸੋ ਕਿਤੇ ਨਾ ਕਿਤੇ ਇਹ ਚੀਜ਼ ਗਲਤ ਹੈ ਕਿਉਂਕਿ ਜਿਵੇਂ ਹੁਣ ਇਸ ਮੈਂਬਰ ਪਾਰਲੀਮੈਂਟ ਦੇ ਉੱਪਰ ਆਲਰੇਡੀ ਇੱਕ ਧਾਰਾ 506 ਦਾ ਇੱਕ ਪਹਿਲਾਂ ਵੀ ਇੱਕ ਧਮਕੀ ਦੇਣ ਦਾ ਮਾਮਲਾ ਦਰਜ ਹੈ, ਉਸ ਤੋਂ ਬਾਅਦ ਇੱਕ ਹੋਰ ਮਾਮਲਾ ਦਰਜ ਹੋ ਗਿਆ। ਔਰ ਅਗਰ ਇਹਦੇ ਉੱਪਰ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਹੈ ਜਾਂ ਸ਼ਿਵ ਸੈਨਾ ਜਿਹੜੀ ਹੈਗੀ ਆ ਜਿਹੜੀ ਕਿ ਕਿਤੇ ਨਾ ਕਿਤੇ ਬੀਜੇਪੀ ਨਾਲ ਉਹਦੇ ਸਮਹਾਉ ਪੋਜ਼ਿਟਿਵ ਰਿਲੇਸ਼ਨ ਹੈਗੇ ਨੇ, ਚਾਹੇ ਉਹ ਇੰਨੇ ਵਧੀਆ ਹੁਣ ਅੱਜ ਦੇ ਸਮੇਂ 'ਚ ਨਹੀਂ ਹੈਗੇ, ਉਹ ਇਸ ਮੈਂਬਰ ਪਾਰਲੀਮੈਂਟ ਦਾ ਕੁਝ ਨਹੀਂ ਵਿਗਾੜ ਪਾਉਂਦੇ, ਤਾਂ ਉਹ ਸਾਰਾ ਏਅਰ ਇੰਡੀਆ ਦੇ ਜਿੰਨੇ EMPLOYEES ਹੈਗੇ ਨੇ ਸਾਰੇ ਉਹ ਲੋਕ ਉਹ ਕਿੰਨੇ ਜ਼ਿਆਦਾ ਡੀਮੋਰਲਾਈਜ਼ ਹੋ ਜਾਣਗੇ, ਪਬਲਿਕ ਕਿੰਨੀ ਡੀਮੋਰਲਾਈਜ਼ ਹੋ ਜਾਏਗੀ ਉਹਦਾ ਅੰਦਾਜ਼ਾ ਲਗਾਉਣਾ ਆਪਾਂ ਨੂੰ ਔਖਾ ਹੈ। ਬਟ ਇਲੈਕਸ਼ਨ ਦੇ ਟਾਈਮ ਤੇ ਕੀ ਹੁੰਦਾ ਕਿ
ਇਹ ਲੋਕ ਉਹਨਾਂ ਦੇ ਵੋਟਰ ਨਹੀਂ ਹੈ। ਵੋਟਰ ਜਿਹੜੇ ਨੇ, ਵੋਟਰ ਬਹੁਤ ਹੱਦ ਤੱਕ ਇਨਫਲੂਐਂਸ ਕੀਤੇ ਜਾਂਦੇ ਨੇ, ਪੋਲਰਾਈਜੇਸ਼ਨ ਕੀਤੀ ਜਾਂਦੀ ਹੈ। ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਯੂਪੀ ਦੇ ਵਿੱਚ ਬੀਜੇਪੀ ਨੇ ਸਿਰਫ ਔਰ ਸਿਰਫ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ, ਮੁਸਲਮਾਨਾਂ ਨੂੰ ਛੱਡ ਹੀ ਦਿੱਤਾ ਉਹਨਾਂ ਨੇ। ਤਾਂ ਉਹ ਜਿਹੜੀ ਚੀਜ਼ ਹੈ, ਹੁਣ ਪੋਲੀਟੀਕਲ ਪਾਰਟੀਆਂ ਨੂੰ ਕੈਲਕੂਲੇਸ਼ਨ ਸਮਝ ਆਣੀ ਸ਼ੁਰੂ ਹੋ ਗਈ ਆ। ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਵੋਟਾਂ ਕਿਵੇਂ ਜਿੱਤਣੀਆਂ। ਇਸ਼ੂਜ਼ ਲੋਕਾਂ ਨੂੰ ਸੁਣਨ ਵਾਸਤੇ, ਕਹਾਣੀਆਂ ਸੁਣਾਉਣ ਵਾਸਤੇ ਬਹੁਤ ਵਧੀਆ ਹੋ ਸਕਦੇ ਨੇ। ਵੋਟਾਂ ਦੀ ਕੈਲਕੂਲੇਸ਼ਨ ਪੋਲੀਟੀਕਲ ਪਾਰਟੀਆਂ ਨੂੰ ਸਮਝ ਆ ਚੁੱਕੀ ਹੋਈ ਹੈ। ਉਹਦੇ ਚ ਬਾਹੂਬਲੀਆਂ ਦਾ ਰੋਲ ਜਿਹੜਾ ਇਗਨੋਰ ਨਹੀਂ ਕੀਤਾ ਜਾ ਸਕਦਾ। ਮੈਂ ਬਾਰ-ਬਾਰ ਇਹੋ ਚੀਜ਼ ਕਹਿੰਦਾ ਕਿ ਜਦੋਂ ਤੱਕ ਲੋਕ ਇਸ ਚੀਜ਼ ਨੂੰ ਲੈ ਕੇ ਅਵੇਅਰ ਨਹੀਂ ਹੋਣਗੇ, ਹੌਸਲਾ ਨਹੀਂ ਦਿਖਾਣਗੇ, ਡੇਅਰ ਨਹੀਂ ਕਰਨਗੇ, ਉਦੋਂ ਤੱਕ ਇਹ ਇੰਡੀਅਨ ਪੋਲੀਟੀਕਲ ਸਿਸਟਮ ਕਦੇ ਵੀ ਬਦਲ ਨਹੀਂ ਸਕਦਾ। ਮੈਂ ਬਾਰ-ਬਾਰ ਇਹ ਵੀ ਚੀਜ਼ ਕਹਿ ਦਿੰਦਾ ਕਿ ਮੈਂ ਆਮ ਆਦਮੀ ਪਾਰਟੀ, ਕਾਂਗਰਸ ਜਾਂ ਅਕਾਲੀ ਦਲ ਦੇ ਹੱਕ ਜਾਂ ਵਿਰੋਧ ਦੇ ਵਿੱਚ ਨਹੀਂ ਹੈ। ਸਿਰਫ ਲੋਕਾਂ ਨੂੰ ਇੱਕ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਕਿ ਕੀ ਸਾਡੇ ਵਾਸਤੇ ਚੰਗਾ ਸੀ ਤੇ ਕੀ ਸਾਡੇ ਵਾਸਤੇ ਹੋਰ ਚੰਗਾ ਹੋ ਸਕਦਾ ਹੈ। ਜੀ ਜੇ ਸ਼ਿਵ ਸੈਨਾ ਦੀ ਗੱਲ ਕਰੀਏ, ਜਿਸ ਤਰੀਕੇ ਦੀ ਰਾਜਨੀਤੀ ਸ਼ਿਵ ਸੈਨਾ ਪਿਛਲੇ ਕੁਝ ਸਾਲਾਂ ਤੋਂ ਕਰਦੀ ਆ ਰਹੀ ਆ, ਜੇ ਮੈਂ ਇਹ ਕਹਾਂ ਕਿ ਸ਼ਿਵ ਸੈਨਾ ਵਾਸਤੇ ਇਹ ਨਾਮੁਮਕਿਨ ਆ ਕਿ ਇਦਾਂ ਦੇ ਗੁੰਡੇ ਐਲੀਮੈਂਟ ਨੂੰ ਟਿਕਟਾਂ ਨਾ ਦੇਵੇ, ਕੀ ਮੈਂ ਗਲਤ ਹੋਊਂਗਾ ਸਰਦੀਸ਼ ਜੀ? ਹਰਪ੍ਰੀਤ ਜੀ, ਬਿਲਕੁਲ। ਮੈਂ ਸ਼ੁਰੂ ਤੋਂ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਤੁਹਾਡੀ ਪਛਾਣ ਹੀ ਇਸ ਗੱਲ ਤੇ ਬਣੀ ਹੋਈ ਹੈ ਕਿ ਤੁਸੀਂ ਸ਼ਿਵ ਸੈਨਾ ਦੇ ਤੌਰ ਦੇ ਉੱਤੇ ਮਹਾਨ ਮਹਾਰਾਸ਼ਟਰਵਾਦੀ ਤਾਂ ਬਣਦੇ ਹੋ ਜੇ ਤੁਸੀਂ ਗੈਰ ਮਹਾਰਾਸ਼ਟਰੀਆਂ ਨੂੰ ਨਫ਼ਰਤ ਕਰਦੇ ਹੋ, ਈਵਨ ਉਹਨਾਂ ਦੇ ਖਿਲਾਫ ਹਿੰਸਾ ਕਰਦੇ ਹੋ। ਔਰ ਜੇ ਹਿੰਸਾ ਉਹਨਾਂ ਦੇ ਖਿਲਾਫ ਕੀਤੀ ਜਾਣੀ ਔਰ ਸੋਸ਼ਲੀ ਹਿੰਸਾ ਕਰਨ ਵਾਲੀ ਚੀਜ਼ ਨੂੰ ਹੀ ਪ੍ਰਮੋਟ ਕਰਨਾ, ਤਾਂ ਕੁਦਰਤੀ ਗੱਲ ਹੈ ਕਿ ਉਹ ਨੇਤਾ ਹੀ ਤੁਹਾਡੇ ਲਈ ਮਹਾਨ ਹੋਣਗੇ। ਤੁਸੀਂ ਜਦੋਂ ਯੋਗੀ ਆਦਿੱਤਿਆਨਾਥ ਦੀ ਚੋਣ ਕੀਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀ ਦੇ ਸੀਐਮ ਦੇ ਤੌਰ ਦੇ ਉੱਤੇ, ਤਾਂ ਤੁਸੀਂ ਇੱਕ ਸਵਾਲ ਉਠਾਇਆ ਕਿ ਉਹਨੂੰ ਉਠਾਏ ਜਾਣ ਦੀ ਕੀ ਜ਼ਰੂਰਤ ਸੀ। ਪ੍ਰਧਾਨ ਮੰਤਰੀ ਤਾਂ ਇੱਕ ਨਵੇਂ ਭਾਰਤ ਦੀ ਕਲਪਨਾ ਦੀਆਂ ਗੱਲਾਂ ਕਰਦੇ ਨੇ। ਹਰਪ੍ਰੀਤ ਜੀ, ਮੈਂ ਇਹ ਕਹਿਣਾ ਚਾਹਾਂਗਾ ਕਿ ਨਰਿੰਦਰ ਮੋਦੀ ਸਾਹਿਬ, ਉਹਨਾਂ ਦੀ ਪਾਰਟੀ RSS, ਹਿੰਦੂਤਵਵਾਦੀ ਸਾਰੇ ਸੰਗਠਨਾਂ ਦਾ ਨਵਾਂ ਭਾਰਤ ਜੋ ਹੈ ਉਹ ਇਹੀ ਹੈ ਕਿ ਇਹਨੂੰ ਕਿਵੇਂ ਵੱਧ ਤੋਂ ਵੱਧ ਹਿੰਦੂਤਵਵਾਦੀ ਬਣਾਇਆ ਜਾ ਸਕਦਾ, ਕਿਵੇਂ ਇਹਨੂੰ ਵੱਧ ਤੋਂ ਵੱਧ ਬ੍ਰਾਹਮਣਵਾਦੀ ਬਣਾਇਆ ਜਾ ਸਕਦਾ, ਵੱਧ ਤੋਂ ਵੱਧ ਮਨੂਵਾਦ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਵਾ। ਮੋਦੀ ਦਾ ਭਾਰਤ ਛੂਤ ਛਾਤ ਦੇ ਸਵਾਲ ਨੂੰ ਪਹਿਲਾਂ ਵਰਗਾ ਨਾ ਹੋਵੇ, ਉਸ ਤੋਂ ਥੋੜੀ ਜਿਹੀ ਮੁਕਤੀ ਪਾ ਸਕਦਾ ਵਾ। ਪਰ ਮੋਦੀ ਦਾ ਨਵਾਂ ਭਾਰਤ, RSS ਦਾ ਨਵਾਂ ਭਾਰਤ ਕਿਸੇ ਵੀ ਤਰੀਕੇ ਦੇ ਨਾਲ ਪ੍ਰੋ ਮੁਸਲਮਾਨ ਨਹੀਂ ਹੋ ਸਕਦਾ, ਕਿਸੇ ਵੀ ਤਰੀਕੇ ਦੇ ਨਾਲ ਪ੍ਰੋ ਈਸਾਈ ਨਹੀਂ ਹੋ ਸਕਦਾ। ਸਿੱਖਾਂ ਨੂੰ ਉਹ ਆਪਣਾ ਇੱਕ ਵੱਖਰੇ ਪੰਥ ਦੇ ਤੌਰ ਦੇ ਉੱਤੇ ਵਿਚਾਰ ਸਕਦੇ ਨੇ, ਪਰ ਸਿੱਖ ਇੱਕ ਵੱਖਰਾ ਧਰਮ ਹੈ, ਇਹਦੇ ਤੌਰ ਦੇ ਉੱਤੇ ਉਹਨਾਂ ਨੂੰ ਤਕਲੀਫ ਹੁੰਦੀ ਹੈ। ਉਹ ਇਸੇ ਕਰਕੇ ਪੰਥ ਦੇ ਤੌਰ ਦੇ ਉੱਤੇ ਸਿੱਖੀ ਨੂੰ ਮੰਨਦੇ ਨੇ, ਧਰਮ ਦੇ ਤੌਰ ਤੇ ਨਹੀਂ। ਉਹ ਕਹਿੰਦੇ ਧਰਮ ਸਾਰਿਆਂ ਦਾ ਇੱਕੋ ਹੀ ਆ, ਤੁਹਾਡਾ ਪੂਜਾ ਕਰਨ ਦਾ ਜਿਹੜਾ ਤਰੀਕਾ ਵੱਖਰਾ ਹੋ ਸਕਦਾ, ਪਰ ਅਦਰਵਾਈਜ਼ ਤੁਸੀਂ ਹਿੰਦੂ ਹੋ। ਇਹੀ ਉਹਨਾਂ ਦਾ ਨਵਾਂ ਭਾਰਤ ਆ। ਔਰ ਜੇ ਇਹੀ ਨਵਾਂ ਭਾਰਤ ਆ, ਫਿਰ ਯੋਗੀ ਆਦਿੱਤਿਆਨਾਥ ਹੀ ਯੂਪੀ ਦੇ ਸੀਐਮ ਹੋਣੇ ਚਾਹੀਦੇ ਨੇ, ਕਿਉਂਕਿ ਸਭ ਤੋਂ ਵੱਡਾ ਸੁਪਨਾ ਉਸ ਨੂੰ ਦੇਣ ਦੇ ਲਈ ਯੂਪੀ ਬਹੁਤ ਮਹੱਤਵਪੂਰਨ ਹੈ ਜੇ ਤੁਸੀਂ ਨਵਾਂ ਭਾਰਤ ਮੋਦੀ ਦੀ ਤਰਜ਼ ਦਾ ਬਣਾਉਣਾ ਚਾਹੁੰਦੇ ਹੋ। ਇਸ ਕਰਕੇ ਜੇ ਆਦਿੱਤਿਆਨਾਥ ਯੋਗੀ ਦੇ ਉੱਤੇ ਕੇਸ ਵੀ ਹੋਣ ਤਾਂ ਕੀ ਫਰਕ ਪੈਂਦਾ, ਕਿਉਂਕਿ ਉਹ ਨਵੇਂ ਭਾਰਤ ਦਾ ਪ੍ਰਤੀਕ ਤਾਂ ਹੈ ਨੇ। ਔਰ ਜਦੋਂ ਨਵੇਂ ਭਾਰਤ ਦਾ ਕੋਈ ਪ੍ਰਤੀਕ ਹੈ, ਜਿਹੜੇ ਸਾਰੇ ਕੇਸ ਹੁੰਦੇ ਨੇ ਉਹ ਤਾਂ ਫਿਰ ਪੁਰਾਣੇ ਭਾਰਤ ਵਾਲਿਆਂ ਵੱਲੋਂ ਕੀਤੇ ਗਏ ਕੇਸ ਨੇ, ਇਸ ਕਰਕੇ ਉਹਨਾਂ ਦਾ ਤਾਂ ਕੋਈ ਮਹੱਤਵ ਨਹੀਂ। ਅਸੀਂ ਅੱਜ ਜਾਂ ਕੱਲ ਭਗਤ ਸਿੰਘ ਦੇ ਦਿਨ ਦੀ ਗੱਲਾਂ ਕਰਦੇ ਨੇ, ਜਦੋਂ ਉਹਨਾਂ ਨੂੰ ਅੰਗਰੇਜ਼ ਟੈਰਰਿਸਟ ਕਹਿੰਦੇ ਨੇ, ਤੇ ਅਸੀਂ ਕਹਿ ਦਿੰਦੇ ਆ ਸਾਡੇ ਕ੍ਰਾਂਤੀਕਾਰੀ ਨੇ। ਇਸ ਕਰਕੇ ਆਦਿੱਤਿਆਨਾਥ ਯੋਗੀ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕਰਵਾਏ ਨੇ, ਉਹਨਾਂ ਲਈ ਕੁਝ ਵੀ ਹੋ ਸਕਦੇ ਨੇ, ਪਰ ਮੋਦੀ ਸਾਹਿਬ ਲਈ ਤੇ ਸੰਘ ਪਰਿਵਾਰ ਲਈ ਉਹ ਬਿਲਕੁਲ ਨਵੇਂ ਭਾਰਤ ਦਾ ਪ੍ਰਤੀਕ ਨੇ। ਅਸੀਂ ਤਾਂ ਇਹ ਸੋਚਣਾ ਕਿ ਸਾਨੂੰ ਉਹ ਨਵਾਂ ਭਾਰਤ ਚਾਹੀਦਾ ਜਿਸ ਨਵੇਂ ਭਾਰਤ ਦੀ ਕਲਪਨਾ ਨਰਿੰਦਰ ਮੋਦੀ, ਉਹਦੀ ਪਾਰਟੀ ਤੇ ਸੰਘ ਪਰਿਵਾਰ ਵਾਲੇ ਲੋਕ ਕਰ ਰਹੇ ਨੇ। ਜੇ ਸਾਨੂੰ ਚਾਹੀਦਾ ਵਾ ਤਾਂ ਫਿਰ ਆਦਿੱਤਿਆਨਾਥ ਯੋਗੀ ਦਾ ਸਾਨੂੰ ਖੁੱਲ੍ਹ ਕੇ ਸਵਾਗਤ ਕਰਨਾ ਚਾਹੀਦਾ। ਜੇ ਸਾਨੂੰ ਲੱਗਦਾ ਕਿ ਉਹ ਭਾਰਤ ਸਾਡੇ ਵੰਡ ਸਵੰਨਤਾ ਵਾਲੇ ਇਸ ਦੇਸ਼ ਲਈ ਖਤਰਨਾਕ ਆ, ਤੇ ਸਾਨੂੰ ਖੁੱਲ੍ਹ ਕੇ ਉਹਦਾ ਵਿਰੋਧ ਕਰਨਾ ਚਾਹੀਦਾ। ਇਹ ਬਿਲਕੁਲ ਸਪਸ਼ਟ ਨੀਤੀ ਹੋਣੀ ਚਾਹੀਦੀ ਸਾਡੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਡੀ ਇਹ ਛੋਟੀ ਜੀ ਕੋਸ਼ਿਸ਼ ਪਸੰਦ ਆਈ ਹੋਊਗੀ। ਨੇਤਾ ਜੀ ਰਵਿੰਦਰ ਗਾਇਕਵਾੜ ਦੀ ਜੇ ਗੱਲ ਕਹੀਏ ਤੇ ਸ਼ਾਇਦ ਸਾਡੇ ਨਾਲ ਤੁਸੀਂ ਵੀ ਅੱਜ ਸਾਰੇ ਐਗਰੀ ਹੋਗੇ ਕਿ ਰਾਜਨੀਤੀ ਵਿੱਚ ਇੱਦਾਂ ਦੇ ਜੋ ਕ੍ਰਿਮੀਨਲ MP ਜਾਂ MLA ਬਣੇ ਹੋਏ ਆ, ਕਿਤੇ ਨਾ ਕਿਤੇ ਇਸ ਸਿਸਟਮ ਵਿੱਚ ਸੁਧਾਰ ਕਰਨ ਦੀ ਜ਼ਰੂਰ ਲੋੜ ਆ। ਹਾਂ, ਪੋਲੀਟੀਕਲ ਪਾਰਟੀਆਂ ਮੁੱਦੇ
ਨਾ ਹੋਣ ਦੇ ਕਾਰਨ ਕੁਝ ਇਦਾਂ ਦੇ ਮੁੱਦੇ ਚੱਕਦੀਆਂ ਨੇ ਜਿਹਦੇ ਕਾਰਨ ਪੋਲੀਟੀਕਲ ਪਾਰਟੀਆਂ ਨੂੰ ਇਦਾਂ ਦੇ ਲੋਕਾਂ ਦੀ ਇਸਤੇਮਾਲ ਕਰਨਾ ਪੈਂਦਾ, ਇਦਾਂ ਲੋਕਾਂ ਨੂੰ ਟਿਕਟਾਂ ਦੇਣੀਆਂ ਪੈਂਦੀਆਂ ਨੇ। ਉਹ ਪੋਲੀਟੀਕਲ ਪਾਰਟੀਆਂ ਨੂੰ ਸ਼ਾਇਦ ਹੁਣ ਆਪਣੇ ਕੰਮ ਕਰਨ ਦੇ ਤਰੀਕੇ ਉੱਤੇ ਸੋਚਣ ਦੀ ਜ਼ਰੂਰ ਲੋੜ ਆ। ਪਰ ਇੱਕ ਪੋਲੀਟੀਕਲ ਪਾਰਟੀ ਨੂੰ ਅਸੀਂ ਕਿੱਦਾਂ ਬਲੇਮ ਕਰ ਦਈਏ? ਯੋਗੀ ਆਦਿੱਤਿਆਨਾਥ ਦਾ ਅਸੀਂ ਹੁਣੇ ਤੁਹਾਨੂੰ ਐਗਜ਼ਾਮਪਲ ਦਿੱਤਾ ਵਾ। ਇੱਕ ਪਾਸੇ ਇੰਨੀ ਵੱਡੀ ਬਹੁਮਤ ਲੈ ਕੇ ਬੀਜੇਪੀ ਯੂਪੀ ਦੇ ਵਿੱਚ ਆਉਂਦੀ ਆ, ਫਿਰ ਵੀ ਸੀਐਮ ਦਾ ਅਹੁਦਾ ਉਹਨੂੰ ਦਿੱਤਾ ਜਾਂਦਾ ਜਿਹਦੇ ਉੱਤੇ ਕ੍ਰਿਮੀਨਲ ਚਾਰजेस ਨੇ। ਇੱਥੇ ਅਸੀਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ। ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਉਹ ਇਨਸੀਡੈਂਟ ਜੋ ਪਲੇਨ ਵਿੱਚ ਵਾਪਰਿਆ ਤੇ ਨਾਲ ਹੀ ਨੇਤਾ ਜੀ ਦਾ ਜੋ ਇੰਟਰਵਿਊ ਆ ਉਹ ਇੱਕ ਵਾਰ ਤੁਹਾਡੇ ਵਾਸਤੇ ਅਸੀਂ ਪਲੇ ਕਰਕੇ ਜਾਵਾਂਗੇ। ਇੱਥੇ ਸਾਨੂੰ ਦਿਓ ਇਜਾਜ਼ਤ। ਮੈਨੂੰ ਸਦੀਸ਼ ਜੀ ਨੂੰ, ਅਜੀਤ ਜੀ ਨੂੰ ਤੇ ਪ੍ਰਭਮੀਤ ਜੀ ਨੂੰ ਦਿਓ ਇਜਾਜ਼ਤ। ਧੰਨਵਾਦ। He's not working. He's not working. He's not working. Don't do that. रिक्शा गिर जाएगा तो आप बदतमीज लोग हैं यार। अगर मिल के मारते तो बहन तो अंदर ही कौन जाके बोलेगा? बुला सर से ऐसे बुलाओ उमेश टांग के निकालो माता। You're a role model, no? हाँ, कैसे कोई सोच सकते हैं? हाँ, पार्लियामेंट कौन पहुंच सकते हैं सर? कोई नहीं पहुंच सकता पार्लियामेंट। और ये छोटे आदमी के बोले कि आप अपना आना क्यों अंदर? आप जेल से क्यों जाना चाहते हैं? आप टैक्स देंगे सर, मर्डर केस हो जाएगा ना सर? नहीं सर, बहुत मुश्किल से आए हैं आप इस स्टेज पे। बहुत मुश्किल से आपको ये जगह मिली है ना। यू आर अ रिप्रेजेंटेटिव, यू आर अ डेमोक्रेटिक लीडर। वी हैव इलेक्टेड यू, वी हैव इलेक्टेड यू। प्लीज डोंट डू एनीथिंग सिली फॉर अ स्टूपिड मैन। वो पागल है तो आप जैसे बात दीजिए वो अंदर क्यों आया? हाँ, तो आप ये बोलते हैं ना, इनको गेट आउट। बस हाँ, वो उनको नहीं आएंगे। He was not talking the proper way. कैसा मारा बोला उसने? उसने अपने से हाथापाई की। क्या मारा है? जी, क्या बोला उसने? सैंडल से मारा है। उसने क्या बोला है अपने को? उसने कहा कि हाथ से मारा है क्या? हाथापाई किया? क्या बोला? हाथ से मारा है। मैंने सैंडल से 25 मारा है। जी, मारा है ना? क्यों मारा सर? सांसद हैं आप तो। गालियाँ सुनना क्या तुम्हारा? मीडिया वाले का भी, वो एयर के कंपनी के लोगों का भी। जी, चुप सुनना। मैंने उनको समझाया आप सीनियर है, ऑफिसर है, मैंने प्रॉब्लम दिया एयर होस्टेस के पास, जी, वो पढ़ो जी, और आपको सोल्यूशन होता है तो आप बात करो, नहीं तो जो सोल्यूशन देगा उसको बुलाओ ना। जी, हर एक को 4 लोगों को मैं जवाब वही पूछ रहा है। मैं बोला कंप्लेन उधर है देखो ना। जी, नहीं मैं देखता हूँ। अरे तेरे हाथ में क्या है? जी, वो तो सीनियर थे बहुत, फ्रेंच कट वाले। उनको बोला साहब जी बहुत सीनियर है, बीपी मत बढ़ाइए, आप बैठिए। बैठ के बात किया। कौन MP? मोदी को बात कंप्लेन करूंगा मैं। मारा एक हाथ। लेकिन आप तो सांसद हैं सर। अरे कई का सांसद यार, गालियाँ खा दूंगा हर एक का? मैं शिवसेना सांसद हूँ, बीजेपी का नहीं गालियाँ खाने को। और एयर इंडिया वाले के कर्मचारी को मैंने मारा है। कितने बजे? जी, 1 घंटा में प्लेन से उतरा नहीं। जी, कितने बजे? 9:35 को प्लेन आया। जी, 10:35 तक मैं अंदर था। जी, साफ भी नहीं करने दिया उसको। क्या कंप्लेन का कौन सोल्यूशन देगा? तो उन्होंने कंप्लेन किया आपके खिलाफ। अरे वो करने दो ना। आप भी कंप्लेन करेंगे? अब कौन? कौन? आप भी कंप्लेन कौन? करेंगे क्या? आपके तरफ से भी कंप्लेन होगी एयर इंडिया की? मैं इधर पार्लियामेंट के प्रेसिडेंट को करूंगा, जी, लोकसभा सभापति को, जी, और एयर मिनिस्टर को करूंगा। लेटर टाइप हो रहा है हमारा। जी, और आपको जब बात किया तब भी मेरे को मालूम नहीं था। जी, तुम ही बोले उधर से आया बोल के फर्स्ट टाइम। जी, उसको क्या जरूरत थी एयर इंडिया को ऐसा कंप्लेन करने की, मैसेज भेजने की? जी, अगर मैसेज भेजना है, इतना एयर इंडिया प्रॉम्प्ट है तो कह रहे हैं तो कि आपने मारपीट की मैंने है। मारा कितने बजे? 10 बजे। जी, आप भी टाइम कितना हुआ? मैसेज कितने बजे आया? जी, तो 3 बज रहे हैं। 3 बजे तक बंद करना ना एयर इंडिया। कर्मचारियों ने मारा है कर्मचारी को, तो क्यों नहीं किया? जी, क्यों? ये सोचो आप और देखो। उसको कंप्लेन करना है, करने दो, मैं जवाब दूंगा।